ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਲੁਕਮਾ ਸੱਚ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਨਾਲ ਕੁਝ ਜੁੜੀਆਂ ਹੋਈਆਂ ਵੱਡੀਆਂ ਤੇ ਅਹਿਮ ਖਬਰਾਂ ਤੇ ਪੱਖ ਦੀਆਂ ਖਬਰਾਂ ਤੇ ਗੱਲਬਾਤ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਨੇ ਇੱਕ ਵਾਰ ਫਿਰ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਘੇਰਿਆ, ਮਿਲ ਕੇ ਤਿੱਖੇ ਸ਼ਬਦੀ ਵਾਰ ਕੀਤੇ ਨੇ। ਤਾਂ ਹੁਣ ਇਹ ਵੀ ਦੱਸਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਨਵਜੋਤ ਸਿੰਘ ਸਿੱਧੂ ਨੇ ਕੀ ਤੰਜ ਕਸੇ ਨੇ, ਪ੍ਰਗਟ ਸਿੰਘ ਨੇ ਕੀ ਤੰਜ ਕਸੇ ਨੇ, ਤੇ ਇਹ ਇੱਕ ਇੱਕ ਗੱਲ ਜਿਹੜੀ ਹੈ ਉਹ ਤੁਹਾਡੇ ਅੱਗੇ ਰੱਖਾਂਗੇ। ਤੇ ਤੁਹਾਨੂੰ ਇਹ ਪ੍ਰੋਗਰਾਮ ਪੂਰਾ ਦੇਖਣਾ ਬਹੁਤ ਲਾਜ਼ਮੀ ਹੈ, ਧਿਆਨ ਨਾਲ ਸੁਣਨਾ ਬਹੁਤ ਲਾਜ਼ਮੀ ਹੈ, ਧਿਆਨ ਨਾਲ ਦੇਖਣਾ ਬਹੁਤ ਲਾਜ਼ਮੀ ਹੈ। ਜੇਕਰ ਤੁਸੀਂ ਨਵਜੋਤ ਸਿੰਘ ਸਿੱਧੂ ਪ੍ਰਗਟ ਸਿੰਘ ਦੀ ਅਗਲੀ ਰਣਨੀਤੀ ਨੂੰ ਸਮਝਣਾ ਚਾਹੁੰਦੇ ਹੋ, ਪੋਲੀਟੀਕਲ ਰਾਜਨੀਤੀ ਨੂੰ ਸਮਝਣਾ ਚਾਹੁੰਦੇ ਹੋ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਕਾਂਗਰਸ ਦੀ ਵੀ ਜਿਹੜੀ ਰਾਜਨੀਤੀ ਤੇ ਰਣਨੀਤੀ ਨੂੰ ਸਮਝਣਾ ਚਾਹੁੰਦੇ ਹੋ, ਤਾਂ ਇਹ ਪ੍ਰੋਗਰਾਮ ਜਿਹੜਾ ਤੁਹਾਡੇ ਲਈ ਦੇਖਣਾ ਲਾਜ਼ਮੀ, ਧਿਆਨ ਨਾਲ ਸੁਣਨਾ ਵੀ ਲਾਜ਼ਮੀ ਹੈ। ਤਾਂ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਜਿਸ ਤਰੀਕੇ ਦੇ ਨਾਲ ਹੁਣ ਮਿੰਨਤਾਂ ਤੇ ਉਤਰ ਆਏ ਨੇ, ਉਹ ਵੀ ਤੁਹਾਨੂੰ ਦੱਸਾਂਗੇ ਕਿ ਕੱਲ ਵੀ ਇੱਕ ਖਬਰ ਤੁਹਾਡੇ ਅੱਗੇ ਰੱਖੀ ਸੀ ਜਿਹਦੇ ਵਿੱਚ ਦੱਸਿਆ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀਆਂ ਤੇ ਐਮਐਲਏ ਨੂੰ ਫੋਨ ਕਰਕੇ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ। ਪਰ ਹੁਣ ਅੱਜ ਇੱਕ ਵਾਰ ਫਿਰ ਤੋਂ ਵੱਡੀ ਖਬਰ ਦੱਸਾਂਗੇ ਕੈਪਟਨ ਅਮਰਿੰਦਰ ਸਿੰਘ ਕਿਸ ਤਰੀਕੇ ਦੇ ਨਾਲ ਮਿੰਨਤਾਂ ਤੇ ਉਤਰੇ, ਕਿਹਦੀਆਂ ਉਹ ਮਿੰਨਤਾਂ ਕਰ ਰਹੇ ਨੇ ਤੇ ਮਿੰਨਤਾਂ ਕਰਾਉਣ ਵਾਲਾ ਆਦਮੀ ਕੀ ਕਹਿ ਰਿਹਾ ਅੱਗੋਂ, ਉਹ ਵੀ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਇਹਨਾਂ ਮਿੰਨਤਾਂ ਨੂੰ ਬੂਰ ਪਵੇਗਾ ਜਾਂ ਨਹੀਂ, ਜਾਂ ਇਸੇ ਤਰੀਕੇ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਸਥਿਤੀ ਦੇ ਵਿੱਚ ਫਸੇ ਰਹਿਣਗੇ। ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨੀ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਟਕੀ ਜੀ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦੇ ਹਾਂ ਪ੍ਰੋਫੈਸਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ। ਧੰਨਵਾਦ ਜੀ। ਨਵਜੋਤ ਸਿੰਘ ਸਿੱਧੂ ਦਾ ਜਿਹੜਾ ਟਵੀਟ ਨਵਾਂ ਆਇਆ, ਉਹ ਟਵੀਟ ਵੀ ਇੱਕ ਵਾਰੀ ਅਸੀਂ ਆਪਣੇ ਦਰਸ਼ਕਾਂ ਨੂੰ ਪੜ੍ਹ ਕੇ ਸੁਣਾਵਾਂਗੇ ਕਿ ਨਵਜੋਤ ਸਿੰਘ ਸਿੱਧੂ ਨੇ ਟਵੀਟ ਦੇ ਵਿੱਚ ਕਿਹਾ ਕੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਘੇਰਿਆ ਹੈ। ਉਹਨਾਂ ਨੇ ਕਿਹਾ ਕਿਸੇ ਰਾਜਨੇਤਾ ਦੀ ਸਭ ਤੋਂ ਵੱਡੀ ਪੂੰਜੀ ਉਸਦੇ ਕਿਰਦਾਰ ਤੋਂ ਉੱਪਰ ਲੋਕਾਂ ਦਾ ਭਰੋਸਾ ਹੁੰਦਾ। ਇਸ ਤੋਂ ਇਲਾਵਾ ਜਿਹੜਾ ਸਕਰੀਨ ਦੇ ਉੱਤੇ ਚੱਲ ਵੀ ਰਿਹਾ ਇਹ ਟਵੀਟ, ਇਹ ਤੁਸੀਂ ਦੇਖ ਸਕਦੇ ਹੋ। ਕਿਵੇਂ ਦੇਖਦੇ ਹੋ ਸਿੱਧੂ ਸਾਹਿਬ, ਜਿਹੜਾ ਅੱਜ ਨਵਜੋਤ ਸਿੱਧੂ ਦਾ ਟਵੀਟ ਆਇਆ, ਉਸ ਟਵੀਟ ਨੇ ਬਹੁਤ ਕੁਝ ਇਹੋ ਜਿਹੀ ਚੀਜ਼ ਨੂੰ ਪੇਸ਼ ਕੀਤਾ ਆ ਜਿਹੜੀ ਇੱਕ ਲੋਕਾਂ ਦੀ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਪ੍ਰਤੀ ਜਿਹੜੀ ਪਹਿਚਾਣ ਆ ਜਾਂ ਛਵੀ ਆ, ਉਹ ਕਿਹੋ ਜਿਹੀ ਜਿਹੜੀ ਬਣ ਚੁੱਕੀ ਹੈ। ਮੈਂ ਇਸ ਟਵੀਟ ਦੇ ਸਬੰਧ ਦੇ ਵਿੱਚ ਜਾਂ ਇਸ ਟਵੀਟ ਦੇ ਉੱਤੇ ਟੀਕਾ ਟਿੱਪਣੀ ਮੈਂ ਬਾਅਦ 'ਚ ਕਰਦਾ, ਜਾਂ ਆਪਾਂ ਵਿਸ਼ਲੇਸ਼ਣ ਆਪਾਂ ਬਾਅਦ 'ਚ ਕਰਦੇ ਹਾਂ। ਤਾਂ ਇੱਕ ਮੈਂ ਤੁਹਾਨੂੰ ਚਾਰ ਬੋਲ ਜਿਹੜੇ ਉਹ ਸੁਣਾਵਾਂਗਾ। ਉਹ ਜਿਹੜੇ ਬੋਲਾਂ ਦਾ ਸਬੰਧ ਹੈ ਉਹ ਪ੍ਰਗਟ ਸਿੰਘ ਹੋਣਾ ਦੇ ਨਾਲ ਵੀ ਹੋਏਗਾ, ਜਿਸ ਤਰ੍ਹਾਂ ਤੁਸੀਂ ਭੂਮਿਕਾ ਦੇ ਵਿੱਚ ਗੱਲ ਕੀਤੀ, ਔਰ ਨਵਜੋਤ ਸਿੱਧੂ ਦੇ ਟਵੀਟ 'ਚ ਵੀ ਗੱਲ ਕੀਤੀ। ਸਾਨੂੰ ਪੰਜਾਬੀ ਦੇ ਵਿੱਚ ਇੱਕ ਮਸ਼ਹੂਰ ਕਿੱਸਾਕਾਰ ਮਿਲਦਾ ਹੈ, ਸ਼ਾਹ ਮੁਹੰਮਦ। ਸ਼ਾਹ ਮੁਹੰਮਦ ਦਾ ਜਿਹੜਾ ਕਿੱਸਾ ਹੈ ਉਹ ਹੈਗਾ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ, ਬੜਾ ਮਸ਼ਹੂਰ ਕਿੱਸਾ ਉਸਦਾ। ਔਰ ਉਸ ਕਿੱਸੇ ਦੇ ਵਿੱਚ ਉਸਨੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਿਹੜੀ ਸਿੱਖ ਰਾਜ ਦੀ ਅਧੋਗਤੀ ਔਰ ਸਿੱਖ ਰਾਜ ਦੇ ਵਿੱਚ ਕਿਸ ਤਰੀਕੇ ਨਾਲ ਪਤਨ ਹੋਇਆ, ਉਹਦਾ ਵੇਰਵਾ ਬੜਾ ਬਾਖੂਬੀ ਵਰਣਨ ਕੀਤਾ। ਔਰ ਉਸ ਸ਼ਾਹ ਮੁਹੰਮਦ ਦੇ ਕਿੱਸਾ ਜਿਹੜਾ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਦਾ ਇੱਕ ਪਹਿਲਾ ਜਿਹੜਾ ਬੰਦ ਹੈ, ਉਹ ਮੈਂ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹਾਂਗਾ ਤੇ ਉਸ ਦੀਆਂ ਆਖਰੀ ਸਤਰਾਂ ਦੇ ਉੱਤੇ ਆਪਾਂ ਵਿਸ਼ਲੇਸ਼ਣ ਕਰਦੇ ਹਾਂ। ਉਹ ਲਿਖਦਾ ਆ, ਅਵਲ ਹਮਦ ਜਨਾਬ ਅੱਲਾ ਦੀ ਨੂੰ ਜਿਹੜਾ ਕੁਦਰਤੀ ਖੇਲ ਬਣਾਉਂਦਾ ਈ, 14 ਤਖਤਾਂ ਦੇ ਨਕਸ਼ੋ ਨਗਾਰ ਕਰਕੇ ਰੰਗ ਰੰਗ ਦੇ ਬਾਗ ਲਗਾਉਂਦਾ ਈ, ਪਿਛਲੀਆਂ ਸਫਾ ਸਭ ਵਲੇਟ ਲੈਂਦਾ, ਅੱਗੋਂ ਹੋਰ ਦੀਆਂ ਹੋਰ ਹੀ ਵਿਛਾਉਂਦਾ ਈ। ਸ਼ਾਹ ਮੁਹੰਮਦਾ ਡਰੀਏ ਉਸ ਰੱਬ ਪਾਸੋਂ ਜਿਹੜਾ ਬਾਦਸ਼ਾਹਾਂ ਤੋਂ ਭੀਖ ਮੰਗਾਉਂਦਾ ਈ। ਹੁਣ ਆਹ ਜਿਹੜਾ ਲਾਈਨ ਹੈ ਨਾ, ਸ਼ਾਹ ਮੁਹੰਮਦਾ ਡਰੀਏ ਉਸ ਰੱਬ ਪਾਸੋਂ ਜਿਹੜਾ ਬਾਦਸ਼ਾਹਾਂ ਤੋਂ ਭੀਖ ਮੰਗਾਉਂਦਾ ਈ, ਇਹ ਜਿਹੜੀਆਂ ਆਖਰੀ ਸਤਰਾਂ ਨੇ, ਇਹ ਆਖਰੀ ਸਤਰਾਂ ਉਸ ਬੰਦ ਦੀਆਂ ਨੇ, ਮੰਗਲਾਚਰਨ ਦੀਆਂ। ਇਹਦੇ ਵਿੱਚ ਜੇਕਰ ਮੈਂ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਥਿਤੀ ਨੂੰ ਵੇਖਦਾ ਤਾਂ ਮੈਨੂੰ ਪੂਰਨ ਤੌਰ ਤੇ ਸ਼ਾਹ ਮੁਹੰਮਦ ਦੇ ਇਹ ਜਿਹੜੇ ਬੋਲ ਨੇ ਇਹ ਸੱਚ ਤੌਰ ਤੇ ਸਦੀਵੀ ਹੁੰਦੇ ਸਾਬਤ ਹੁੰਦੇ ਨੇ। ਉਹ ਕਿਵੇਂ? ਸਭ ਤੋਂ ਪਹਿਲਾਂ ਮੈਂ ਨਵਜੋਤ ਸਿੱਧੂ ਦੇ ਟਵੀਟ ਦੀ ਗੱਲ ਕਰਨਾ, ਜਿਹੜੀ ਬਾਰੇ ਤੁਸੀਂ ਗੱਲ ਕੀਤੀ ਹੈ। ਉਸ ਤੇ ਇਹ ਜਿਹੜੇ ਬੋਲ ਨੇ ਨਵਜੋਤ ਸਿੱਧੂ ਨੇ ਜੋ ਅੱਜ ਕਿਹਾ ਕਿ ਕਿਸੇ ਵੀ ਰਾਜਨੀਤਾ ਦੇ ਵਿੱਚ ਮਤਲਬ ਉਹਦੀ ਅਧੋਗਤੀ ਤਾਂ ਇਹੋ ਹੀ ਆ ਜਦੋਂ ਲੋਕਾਂ ਦਾ ਵਿਸ਼ਵਾਸ ਉਸ ਤੋਂ ਟੁੱਟ ਜਾਂਦਾ ਹੈ। ਇਹ ਉਸ ਤੇ ਟਵੀਟ ਦਾ ਜਿਹੜਾ ਸੰਖੇਪ ਸਾਰ ਆਪਾਂ ਇਹ ਕਹਿ ਸਕਦੇ ਹਾਂ, ਉਹ ਤੁਸੀਂ ਬੋਲ ਕੇ ਵੀ ਦੱਸਿਆ। ਹੁਣ ਦੇਖੋ, ਅੱਜ ਦੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਿੱਥੇ ਆਪਣੀ ਪਾਰਟੀ ਦੇ ਜਿਹੜੇ ਵਰਕਰ ਨੇ, ਜਿਹੜੇ ਐਮਐਲਏ ਨੇ, ਜਿਹੜੇ ਵਿਧਾਇਕ ਨੇ, ਜਿਹੜੇ ਮੰਤਰੀ ਨੇ, ਉਹਨਾਂ ਦਾ ਸ਼ਿਕਾਰ ਹੋ ਰਹੇ ਨੇ ਤੇ ਉਹਨਾਂ ਦੀਆਂ ਗੱਲਾਂ ਦਾ ਸ਼ਿਕਾਰ ਹੋਣੇ, ਤੇ ਦੂਜੇ ਪਾਸੇ ਲੋਕਾਂ ਦੀ ਕਚਹਿਰੀ 'ਚ ਵੀ ਉਹਨਾਂ ਦਾ ਕਰਤਾਰ ਨੰਗਾ ਹੋ ਰਿਹਾ। ਅੱਜ ਦਾ ਜਿਹੜਾ ਟਵੀਟ ਨਵਜੋਤ ਸਿੱਧੂ ਦਾ ਆਇਆ, ਟਵੀਟ ਦੇ ਨਾਲ ਉਹਨਾਂ ਨੇ ਇੱਕ ਵੀਡੀਓ ਪਾਈ ਹੈ
ਔਰ ਵੀਡੀਓ ਜਿਹੜੀ ਆ, ਵੀਡੀਓ ਦੇ ਵਿੱਚ ਉਹ ਦੋ ਵਿਅਕਤੀ ਜਿਹੜੇ ਬਡਗਾਰੀ ਕਾਂਡ ਦੇ ਵਿੱਚ ਜਿਹੜੇ ਪੁਲਿਸ ਤਸ਼ੱਦਦ ਜਿਹੜਾ ਚੱਲਿਆ, ਉਹ ਵਿਅਕਤੀ ਆਏ ਨੇ ਨਵਜੋਤ ਸਿੱਧੂ ਦੇ ਰਿਹਾਇਸ਼ ਦੇ ਉੱਤੇ, ਤੇ ਨਾਲ ਉਹ ਕਰੋਨਾ ਕਾਲ ਦੇ ਵਿੱਚ ਜਿਹੜੀ ਵੰਡੀ ਜਾਣ ਵਾਲੀ ਸਹਾਇਤਾ ਉਹਦੇ ਉਹ ਬੰਡਲ ਲੈ ਕੇ ਪਹੁੰਚੇ ਨੇ, ਬੋਰੀਆਂ ਲੈ ਕੇ ਪਹੁੰਚੇ ਨੇ। ਦੇਖੋ ਹੁਣ ਇਹ ਜਿਹੜੀ ਸਥਿਤੀ ਹੈ, ਇਹ ਹੈ ਇੱਕ ਬੋਲਾਂ ਨੂੰ ਜੋ ਮੈਂ ਸ਼ਬਦ ਕਹਿਣ ਲੱਗਾ, ਇਹਨੂੰ ਜਰਾ ਧਿਆਨ ਨਾਲ ਸਮਝਣ ਦਾ ਯਤਨ ਕਰਨਾ। ਇੱਕ ਹੈ ਵਿਅਕਤੀ, ਉਹ ਨੇਤਾ, ਨੇਤਾ ਤਾਂ ਅਸੀਂ ਸਾਰੇ ਬਣ ਸਕਦੇ ਹਾਂ। ਦੂਸਰਾ ਸ਼ਬਦ ਹੁੰਦਾ ਨਾਇਕ। ਨਾਇਕ ਜਿਹੜੇ ਹੁੰਦੇ ਨੇ, ਨਾਇਕ ਵੀ ਅਸੀਂ ਸਟੇਜ ਦੇ ਉੱਤੇ ਆਪਾਂ ਨਾਇਕ ਦਾ ਰੋਲ ਅਦਾ ਕਰਦੇ ਹਾਂ, ਪਰ ਸਭ ਤੋਂ ਵੱਡੀ ਗੱਲ ਹੁੰਦੀ ਆ ਲੋਕ ਨਾਇਕ ਬਣਨਾ। ਲੋਕ ਨਾਇਕ ਉਹ ਹੁੰਦਾ ਜਿਹੜਾ ਲੋਕ ਹਿਰਦਿਆਂ 'ਚ ਵਸਿਆ ਹੋਵੇ। ਲੋਕ ਨਾਇਕ ਉਹ ਹੁੰਦਾ ਕਿ ਜਿਸ ਦਾ ਨਾਮ ਲੋਕਾਂ ਦੀ ਜ਼ਬਾਨ ਤੇ ਹੋਵੇ। ਤੇ ਉਹ ਜਿਹੜੀ ਚੀਜ਼ ਲੋਕ ਨਾਇਕ ਦੀ ਜਿਹੜਾ ਉਪਾਧੀ ਹੈ, ਅਗਰ ਅੱਜ ਦੇ ਸੰਦਰਭ 'ਚ ਵੇਖਾਂ ਤਾਂ ਉਹ ਨਵਜੋਤ ਸਿੱਧੂ ਨੂੰ ਜਾ ਰਹੀ ਹੈ। ਨਵਜੋਤ ਸਿੱਧੂ ਹੁਣ ਲੋਕਾਂ ਦਾ ਨਾਇਕ ਬਣਿਆ, ਤੇ ਇਸ ਨਾਇਕ ਬਣਨ ਤੋਂ ਬਾਅਦ ਜਿਹੜੀ ਉਸਦੀ ਟਿੱਪਣੀ ਜਿਹੜੀ ਉਹਨੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਸ਼ਖਸੀਅਤ ਤੇ ਕੀਤੀ ਕਿ ਭਾਈ ਲੋਕਾਂ ਦਾ ਵਿਸ਼ਵਾਸ ਤੇਰੇ ਤੋਂ ਖਤਮ ਹੋ ਗਿਆ ਤੇ ਤੁਹਾਡੀ ਸਥਿਤੀ ਜਿਹੜੀ ਆ ਹੁਣ ਇੱਕ ਨੇਤਾ ਵਾਲੀ ਨਹੀਂ ਰਹੀ। ਇਹ ਚੀਜ਼ਾਂ ਬੜੀਆਂ ਆਪਣੇ ਆਪ ਦੇ ਵਿੱਚ ਅਰਥ ਰੱਖਦੀਆਂ ਨੇ। ਦੂਸਰੇ ਪਾਸੇ ਉਹ ਜਿਹੜੇ ਲੋਕ ਨੇ, ਘੱਟ ਤੋਂ ਘੱਟ ਉਹ 30-40 ਲੋਕ ਸੀ ਜਿਹੜੇ ਅੱਜ ਉਹਦੇ ਰਿਹਾਇਸ਼ ਤੇ ਪਹੁੰਚੇ, ਔਰ ਉਹਨਾਂ ਨੇ ਆਣ ਕੇ ਆਪਣਾ ਇੱਕ ਪੂਰਨ ਤੌਰ ਤੇ ਵਿਸ਼ਵਾਸ ਜਿਹੜਾ ਨਵਜੋਤ ਸਿੱਧੂ ਦੀ ਕਾਰਜਸ਼ੈਲੀ ਔਰ ਉਸ ਵੱਲੋਂ ਉਠਾਏ ਗਏ ਮੁੱਦਿਆਂ ਦੀ ਸਹਿਮਤੀ ਦੇ ਰੂਪ ਦੇ ਵਿੱਚ ਉਹਨਾਂ ਨੇ ਪ੍ਰਗਟ ਕੀਤਾ। ਔਰ ਉਹਨਾਂ ਨੇ ਨਵਜੋਤ ਸਿੱਧੂ ਨੇ ਉੱਥੇ ਉਹਨਾਂ ਨੂੰ ਇਨਸਾਫ ਦੀ ਗੱਲ ਵੀ ਕੀਤੀ ਤੇ ਦੂਜੇ ਪਾਸੇ ਉਹਨਾਂ ਤੇ ਹੋਈ ਤਸ਼ੱਦਦ ਦੀ ਗੱਲ ਵੀ ਕੀਤੀ। ਹੁਣ ਪ੍ਰਸ਼ਨ ਜਿਹੜਾ ਹੈ, ਪ੍ਰਸ਼ਨ ਇਹ ਆ ਕਿ ਇਹ ਸਥਿਤੀਆਂ ਕਿਉਂ ਬਣੀਆਂ, ਕਿਉਂ ਲੋਕਾਂ ਦੀ ਨਜ਼ਰ ਦੇ ਵਿੱਚ, ਕਿਉਂ ਪਿਛਲੇ ਦਿਨਾਂ ਦੇ ਵਿੱਚ, ਪਿਛਲੇ 15 ਦਿਨਾਂ ਦੇ ਵਿੱਚ ਜੋ ਕਾਂਗਰਸ ਪਾਰਟੀ, ਪੰਜਾਬ ਦੀ ਕਾਂਗਰਸ ਪਾਰਟੀ ਦੇ ਵਿੱਚ ਵਾਪਰਦਾ ਪਿਆ, ਦਿਨ ਬ ਦਿਨ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਜਿਹੜੀ ਸਥਿਤੀ ਹੈ ਉਹ ਪਤਲੀ ਪੈਂਦੀ ਜਾ ਰਹੀ ਹੈ। ਇਹਦੇ ਨਾਲ ਹੀ ਨਾਲ ਪ੍ਰਗਟ ਸਿੰਘ ਹੋਣਾ ਦਾ ਅੱਜ ਇੱਕ ਇੰਟਰਵਿਊ ਵੀ ਚੈਨਲ ਤੇ ਚੱਲ ਰਿਹਾ, ਉਹਨਾਂ ਦਾ ਵੀ ਇੱਕ ਜਿਹੜਾ ਮੈਂ ਤੁਹਾਨੂੰ ਬੰਦ ਜਿਹੜਾ ਪਹਿਲਾਂ ਸੁਣਾਇਆ, ਉਹਦੇ ਵਿੱਚ ਵੀ ਪ੍ਰਗਟ ਸਿੰਘ ਨੇ ਸਪਸ਼ਟ ਰੂਪ ਦੇ ਵਿੱਚ ਇਹ ਗੱਲ ਕਹੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਕਿ ਲੋਕ ਆਉਂਦੇ ਨੇ, ਲੋਕ ਚਲੇ ਜਾਂਦੇ ਨੇ। ਇਹ ਮਤ ਸਮਝੋ ਕਿ ਤੁਸੀਂ ਇੱਥੇ ਸਦਾ ਬੈਠੇ ਰਹਿਣਾ ਆ, ਪਰ ਜਿੰਨਾ ਚਿਰ ਤੁਸੀਂ ਇਸ ਉਪਾਧੀ ਤੇ ਇਸ ਅਹੁਦੇ ਤੇ ਹੈਗੇ ਜੇ, ਤੇ ਘੱਟੋ ਘੱਟ ਇਹੋ ਜਿਹਾ ਕੰਮ ਕਰੋ ਕਿ ਲੋਕ ਚੇਤਿਆਂ ਦੇ ਵਿੱਚ ਤੁਸੀਂ ਸਦਾ ਅਮਰ ਰਹੋ। ਲੋਕ ਚੇਤਿਆਂ ਦੀ ਮੈਂ ਗੱਲ ਕਰ ਰਿਹਾ ਸਿੱਧੂ ਸਾਹਿਬ। ਜ਼ਰੂਰੀ ਹੁੰਦਾ ਕਿਸੇ ਰਾਜਨੀਤਿਕ ਲੋਕ ਵਾਸਤੇ ਕਿ ਅਜਿਹੇ ਕੰਮ ਕਰੇ ਕਿ ਦੁਨੀਆ ਮਗਰੋਂ ਵੀ ਤੁਹਾਡੀ ਕਾਰਜਸ਼ੈਲੀ ਨੂੰ ਯਾਦ ਕਰੇ। ਤੁਸੀਂ ਪੰਜਾਬ ਦੀ 1952 ਤੋਂ ਲੈ ਕੇ ਜੇਕਰ 2021 ਤੱਕ ਦੀ ਮੈਂ ਗੱਲ ਕਰਾਂ ਤਾਂ ਬੜੇ ਚੀਫ ਮਿਨਿਸਟਰ ਆਏ, ਬੜੇ ਗਏ, ਪਰ ਜੋ ਪ੍ਰਤਾਪ ਸਿੰਘ ਕੈਰੋਂ ਦਾ ਨਾਮ ਹੁੰਦਾ ਜਾਂ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਹੁੰਦਾ, ਕੇਵਲ 2 ਮੁੱਖ ਮੰਤਰੀ ਨੇ ਜਿਹੜਿਆਂ ਦੇ ਲੋਕ ਹਿਰਦਿਆਂ 'ਚ ਵੀ ਵਸਦੇ ਰਹੇ। ਚਾਹੇ ਕਿਸੇ ਤਰੀਕੇ ਨਾਲ ਵੀ ਗੱਲ ਹੋਵੇ, ਮੈਂ ਕਿਸੇ ਦੀ ਮਤਲਬ ਪ੍ਰੋੜਤਾ, ਉਹਨਾਂ ਦੀ ਕਾਰਜਸ਼ੈਲੀ ਦੀ ਪ੍ਰੋੜਤਾ ਨਹੀਂ ਕਰ ਰਿਹਾ, ਪਰ ਲੋਕ ਜਦੋਂ ਵੀ ਗੱਲ ਕਰਨਗੇ ਸਫਲ ਮੁੱਖ ਮੰਤਰੀ ਦੀ, ਜਿੱਥੇ ਲੋਕ ਪ੍ਰਤਾਪ ਸਿੰਘ ਕੈਰੋਂ ਦੀ ਕਰਦੇ ਆ, ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਦੀ ਵੀ ਕਰਦੇ ਆ। ਤਾਂ ਕੈਪਟਨ ਦੀ ਜਿਹੜੀ ਸਥਿਤੀ ਹੈ ਉਹ ਅੱਜ ਉਹੋ ਜਿਹੀ ਨਹੀਂ ਰਹੀ, ਕਿਉਂਕਿ ਕੈਪਟਨ ਆਪਣੇ ਹੀ ਬੰਦਿਆਂ ਦੀ ਨਿਸ਼ਾਨੇ ਤੇ ਆ ਚੁੱਕਾ ਹੈ, ਚਾਹੇ ਉਹ ਹਾਈ ਕਮਾਂਡ ਦਾ ਹੋਵੇ, ਚਾਹੇ ਉਸਦੇ ਉਹ ਲੋਕ ਹੋਣ ਜਿਹੜੇ ਉਸਦੀ ਟੀਮ ਦੇ ਸਨ, ਪਰ ਅੱਜ ਉਹ ਪੂਰਨ ਤੌਰ ਤੇ ਇਕੱਲੇ ਪੈਂਦੇ ਜਾ ਰਹੇ ਹੈ। ਇੱਕ ਸਵਾਲ ਤੁਸੀਂ ਅਕਸਰ ਕਰਦੇ ਸੀ ਕਿ ਵੇਖੋ ਸੁਖਜਿੰਦਰ ਰੰਧਾਵੇ ਦੀ ਕੀ ਮਜਬੂਰੀ ਹੈ ਕਿ ਉਹ ਨਵਜੋਤ ਸਿੱਧੂ ਦੇ ਨਾਲ ਜਾ ਰਿਹਾ। ਇਸ ਦਾ ਜਵਾਬ ਅੱਜ ਸਪਸ਼ਟ ਰੂਪ 'ਚ ਪ੍ਰਗਟ ਸਿੰਘ ਦੀ ਗੱਲਬਾਤ ਵਿੱਚ ਸਾਹਮਣੇ ਆਇਆ। ਉਹਨਾਂ ਨੇ ਇਹੋ ਗੱਲ ਕਹੀ, ਪ੍ਰਗਟ ਸਿੰਘ ਨੇ ਇਹ ਗੱਲ ਕਹੀ ਕਿ ਜਿਹੜੇ ਮੁੱਦੇ ਸਨ, ਮੁੱਦੇ ਇੰਨੇ ਗੰਭੀਰ ਨੇ, ਉੱਥੇ ਆਪਣੀ ਸਵੈ ਦੀ ਲੜਾਈ ਨੂੰ ਪਿੱਛੇ ਛੱਡ ਦਿੱਤਾ ਗਿਆ। ਬਹੁਤ ਸੋਹਣੇ ਸ਼ਬਦ ਸੀ ਕਿ ਆਪਣੇ ਸਵੈ ਦੀ, ਆਪਣੀ ਈਗੋ ਦੀ, ਉਹ ਈਗੋ ਜਿਹੜੀ ਕਹਿੰਦੀ ਹੈ ਕਿ ਮੈਂ ਸਭ ਤੋਂ ਉੱਤੇ ਹਾਂ, ਮੈਂ ਕਿਸੇ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਤਾਂ ਵੇਖੋ ਹੁਣ ਲੋਕਾਂ ਦਾ ਵਿਸ਼ਵਾਸ ਟੁੱਟਿਆ, ਜਿਸ ਤਰ੍ਹਾਂ ਨਵਜੋਤ ਸਿੱਧੂ ਨੇ ਟਵੀਟ 'ਚ ਇਹ ਗੱਲ ਕਹੀ ਕਿ ਕਿਸੇ ਨੇਤਾ ਵਾਸਤੇ ਸਭ ਤੋਂ ਵੱਡੀ ਤਰਾਸਦੀ ਇਹੋ ਹੀ ਜਦੋਂ ਲੋਕਾਂ ਦਾ ਵਿਸ਼ਵਾਸ ਉੱਠ ਜੇ। ਚਲੋ ਲੋਕ ਤਾਂ ਚੇਤੇ, ਲੋਕਾਂ ਦੇ ਚੇਤੇ ਆਮ ਤੌਰ ਤੇ ਜਿਹੜੇ ਰਾਜਨੀਤਿਕ ਲੋਕ ਇਹ ਸਮਝਦੇ ਆ ਕਿ ਇਹਨਾਂ ਦੇ ਚੇਤੇ ਬਹੁਤ ਘੱਟ ਹੁੰਦੇ ਨੇ, ਇਹਨਾਂ ਨੂੰ ਉਲਝਾਇਆ ਜਾ ਸਕਦਾ। ਤੇ ਜਦੋਂ ਸਿੱਧੂ ਸਾਹਿਬ ਤੁਹਾਡੇ ਆਪਣੇ ਹੀ ਟੀਮ ਦੇ ਮੈਂਬਰ ਜਿਨ੍ਹਾਂ ਤੇ ਤੁਸੀਂ ਮਾਣ ਕਰਦੇ ਹੋ, ਤਾਂ ਉਹੀ ਗੱਲ ਤੁਹਾਡੇ ਤੇ ਪ੍ਰਸ਼ਨ ਉਠਾਉਣੇ ਸ਼ੁਰੂ ਕਰ ਦੇਣ, ਤਾਂ ਫਿਰ ਤੁਹਾਡੀ ਉਹ ਪਹਿਚਾਣ, ਤੁਹਾਡੀ ਉਹ ਸ਼ਖਸੀਅਤ ਨੂੰ ਖੋਰਾ ਲੱਗ ਚੁੱਕਾ ਹੁੰਦਾ, ਜਿਸ ਸ਼ਖਸੀਅਤ ਦੇ ਆਧਾਰ ਤੇ ਤੁਸੀਂ ਇੰਨੀ ਗੱਲ ਕਹਿੰਦੇ ਜੇ ਕਿ ਅਸੀਂ ਉਸ ਖਾਨਦਾਨ ਦੇ, ਉਸ ਫੁਲਕੀਆ ਖਾਨਦਾਨ ਦੇ ਜਾਂ ਕਿਤੇ ਵੀ ਆ ਕਿ ਅਸੀਂ ਬੜੇ ਸਫਲ ਰਾਜਨੀਤੀਵਾਨ ਆ। ਮੈਂ ਇੱਕ ਗੱਲ ਹੋਰ ਕਰਦਾ, ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਨਿੱਜੀ ਸ਼ਖਸੀਅਤ ਦੇ ਉੱਤੇ ਕੋਈ ਕਿੰਤੂ ਨਹੀਂ ਕੀਤਾ ਜਾ ਸਕਦਾ, ਉਹਨਾਂ ਦੀ ਇੰਟੈਲੀਜੈਂਸੀ ਦੇ ਉੱਤੇ ਕੋਈ ਸਵਾਲ ਨਹੀਂ ਉਠਾਇਆ ਜਾ ਸਕਦਾ, ਪਰ
ਮੌਜੂਦਾ ਸਮੇਂ ਦੇ ਵਿੱਚ ਸ਼ਖਸੀਅਤਾਂ, ਉਹਨਾਂ ਦੀ ਨਿੱਜੀ ਇੰਟੈਲੀਜੈਂਸੀ, ਉਹਨਾਂ ਦਾ ਰਾਜ ਕਰਨ ਦਾ ਜਿਹੜਾ ਤਰੀਕਾ, ਉਹਨਾਂ ਦੀ ਸਮੁੱਚੀ ਕਾਰਜਸ਼ੈਲੀ ਨੇ ਉਹਨਾਂ ਨੂੰ ਅਜਿਹੀ ਸਥਿਤੀ ਦੇ ਵਿੱਚ ਲਿਆਤਾ ਕਿ ਉਹਨਾਂ ਦੀ ਸਮੁੱਚੀ ਜਿਹੜੀ ਸ਼ਖਸੀਅਤ ਹੈ ਉਹ ਖੁਰਦੀ ਖਤਮ ਹੁੰਦੀ ਜਾ ਰਹੀ ਆ। ਔਰ ਇਹਦੇ ਵਾਸਤੇ ਉਹਨਾਂ ਨੂੰ ਜ਼ਰੂਰੀ ਹੈ ਕਿ ਉਹ ਕੁਝ ਅਜਿਹਾ ਕਰਮ ਕਰਨ, ਅਜਿਹੀ ਕਾਰਜਸ਼ੈਲੀ ਅਪਣਾਉਣ ਤਾਂ ਜੋ ਪੰਜਾਬ ਦੇ ਲੋਕਾਂ ਦਾ ਜਿਹੜਾ ਇੱਕ ਵਿਸ਼ਵਾਸ, ਮੈਂ ਇੱਥੇ ਇੱਕ ਗੱਲ ਹੋਰ ਕਹਿਣਾ ਕਿ ਜਿਹੜਾ ਵਿਸ਼ਵਾਸ ਉਹਨਾਂ ਤੇ ਨਹੀਂ ਬਣਿਆ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ 2002 ਤੋਂ ਲੈ ਕੇ 2007 ਤੱਕ ਅਜਿਹਾ ਕੰਮ ਕੀਤਾ ਕਿ ਲੋਕ ਉਹਦੇ ਵਿੱਚ ਇੱਕ ਬਦਲਾਵ ਦੀ ਚਿਹਰੇ ਨੂੰ ਵੇਖਦੇ ਸਨ, ਕਿ ਉਸ ਹੁਕਮਰਾਨ ਨੂੰ ਵੇਖਦੇ ਸਨ, ਉਸ ਰਾਜਨੀਤੀ ਨੂੰ ਵੇਖਦੇ ਸਨ ਜਿਹੜਾ ਸਖਤ ਸਟੈਂਡ ਲੈ ਸਕਦਾ ਤੇ ਹਰ ਗੱਲ ਲੋਕਾਂ ਦੀ ਆਸਾਂ ਤੇ ਪੂਰੀ ਉਤਰ ਸਕਦਾ। ਪਰ 2007 ਤੋਂ ਲੈ ਕੇ 2017 ਤੱਕ ਦੇ ਸਫ਼ਰ ਨੂੰ ਪਤਾ ਨਹੀਂ ਉਹ ਕੀ ਵਾਪਰਿਆ ਜਾਂ ਕੀ ਕੁਝ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਉਹ ਸਮੁੱਚੀ ਸ਼ਖਸੀਅਤ ਬਦਲ ਗਈ, ਉਹਨਾਂ ਦੀ ਕਾਰਜਸ਼ੈਲੀ ਬਦਲ ਗਈ, ਜਿਸ ਕਰਕੇ ਉਹ ਲੋਕਾਂ ਦੇ ਇੱਕ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਬੜੀ ਗੱਲ ਕਹੀ ਗਈ ਹੈ ਕਿ ਮੈਂ ਇਹਨਾਂ ਲੋਕਾਂ ਦਾ ਵਿਸ਼ਵਾਸ ਕਿੱਦਾਂ ਤੋੜ ਸਕਦਾ, ਜਿਹੜੀ ਬਰਗਾੜੀ ਮਾਮਲੇ ਤੇ ਉੱਤੇ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ, ਬੇਅਦਬੀ ਮਾਮਲਿਆਂ ਤੇ ਗੋਲੀ ਕਾਂਡ ਤੇ ਇਨਸਾਫ ਨਹੀਂ ਮਿਲਿਆ, ਉਹਨਾਂ ਲੋਕਾਂ ਨੇ ਮੇਰੇ ਤੇ ਆਸ ਰੱਖੀ ਹੈ, ਮੈਂ ਉਹਨਾਂ ਦਾ ਵਿਸ਼ਵਾਸ ਕਹਿੰਦੇ ਕਿਵੇਂ ਤੋੜ ਸਕਦਾ। ਨਾਲ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਇਨਸਾਫ ਤਾਂ ਹੋ ਕੇ ਰਹੇਗਾ ਚਾਹੇ ਕੋਈ ਵੀ ਕੀਮਤ ਚੁਕਾਉਣੀ ਪਵੇ। ਬਿਲਕੁਲ। ਹੁਣ ਦੇਖੋ ਉਹ ਲੋਕ ਜਿਹੜੇ ਆਏ ਨੇ ਅੱਜ ਉਹਦੇ ਕੋਲ, ਔਰ ਜਿਨ੍ਹਾਂ ਲੋਕਾਂ ਦੀ ਉਹ ਗੱਲ ਕਰਦਾ ਕਿ ਇਹਨਾਂ ਦਾ ਇਨਸਾਫ, ਇਹਨਾਂ ਦੀ ਆਸ ਮੈਂ ਕਿਵੇਂ ਕਰ ਸਕਦਾ, ਇਹ ਆਸ ਕੇਵਲ ਔਰ ਕੇਵਲ ਉਹਨਾਂ ਦੋ ਵਿਅਕਤੀਆਂ ਦੀ ਜਾਂ ਬਰਗਾੜੀ ਕਾਂਡ ਦੇ ਸ਼ਿਕਾਰ ਵਿਅਕਤੀਆਂ ਦੀ ਨਹੀਂ ਹੈ। ਬੜੇ ਲੋਕ ਇਸ ਵੇਲੇ ਨਵਜੋਤ ਸਿੱਧੂ ਵੱਲ ਮੂੰਹ ਚੁੱਕ ਕੇ ਵੇਖਦੇ ਪਏ ਨੇ ਕਿ ਸ਼ਾਇਦ ਇਹ ਸਾਨੂੰ ਇਨਸਾਫ ਦਿਵਾਏਗਾ। ਔਰ ਇਸੇ ਕਰਕੇ ਦੇਖੋ, ਅਸੀਂ ਪ੍ਰਤਾਪ ਸਿੰਘ ਬਾਜਵਾ ਹੋਣਾ ਨੂੰ ਕੈਪਟਨ ਦਾ ਇੱਕ ਤਗੜਾ ਵਿਰੋਧੀ ਮੰਨਦੇ, ਤੇ ਅਸੀਂ ਇਹ ਵੀ ਕਈ ਵਾਰੀ ਆਪਾਂ ਚਰਚਾ ਕੀਤੀ ਕਿ ਉਹ ਕਦੇ ਵੀ ਨਵਜੋਤ ਸਿੱਧੂ ਦੇ ਹੱਕ 'ਚ ਨਹੀਂ ਬੋਲਦੇ। ਪਰ ਦੇਖੋ ਕੱਲ ਨਵਜੋਤ ਸਿੱਧੂ ਦੀ ਕਾਰਜਸ਼ੈਲੀ ਨੇ ਪ੍ਰਤਾਪ ਸਿੰਘ ਬਾਜਵੇ ਨੂੰ ਵੀ ਉਹਦੇ ਹੱਕ ਵਿੱਚ ਬੋਲਣ ਵਾਸਤੇ ਮਜਬੂਰ ਕਰ ਦਿੱਤਾ, ਜਿਸ ਕਰਕੇ ਪ੍ਰਤਾਪ ਸਿੰਘ ਬਾਜਵੇ ਨੂੰ ਇਹ ਕਹਿਣਾ ਪਿਆ ਕਿ ਕੈਪਟਨ ਅਮਰਿੰਦਰ ਸਿੰਘ ਕੌਣ ਹੁੰਦਾ ਕਿ ਉਸ ਦੇ ਕਾਂਗਰਸ ਦੇ ਦਰਵਾਜ਼ੇ ਬੰਦ ਕਰਨ ਨੂੰ, ਠੀਕ ਆ ਉਹਦੇ ਆਪਣੇ ਮਹਿਲਾਂ ਦੇ ਦਰਵਾਜ਼ੇ ਬੰਦ ਕਰ ਸਕਦਾ, ਕਾਂਗਰਸ ਦੇ ਦਰਵਾਜ਼ੇ ਨਹੀਂ। ਕਹਿਣ ਦਾ ਅਰਥ ਇਹ ਹੈ ਕਿ ਨਵਜੋਤ ਸਿੱਧੂ ਜਦੋਂ ਲੋਕ ਮੁੱਦਿਆਂ ਦੀ, ਲੋਕ ਹਿਰਦਿਆਂ ਦੀ, ਲੋਕ ਚੇਤਿਆਂ ਦੇ ਵਿੱਚ ਵੱਸ ਕੇ ਉਹਨਾਂ ਦੇ ਹੱਕਾਂ ਦੀ, ਉਹਨਾਂ ਦੇ ਹਿੱਤਾਂ ਦੀ ਗੱਲ ਕਰ ਰਿਹਾ ਔਰ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਕਹਿ ਰਿਹਾ ਕਿ ਮੈਂ ਕਿਸੇ ਵੀ ਸਟੇਜ ਤੱਕ ਜਾਵਾਂਗਾ ਪਰ ਇਹਨਾਂ ਨੂੰ ਇਨਸਾਫ ਮੈਂ ਜ਼ਰੂਰ ਦਿਵਾਵਾਂਗਾ। ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਤਾਂ ਮੈਨੂੰ ਪਤਾ ਨਹੀਂ, ਸੁਰਜੀਤ ਪਾਤਰ ਦੀ ਇੱਕ ਬੜੀ ਮਸ਼ਹੂਰ ਨਜ਼ਮ ਆ ਕਿ ਉਹਦੇ 'ਚ ਉਹ ਗਜ਼ਲ ਹੈ ਉਸਦੀ, ਉਹਦੇ ਵਿੱਚ ਵੀ ਉਹ ਇਹੋ ਗੱਲ ਕਰਦਾ ਕਿ ਕੁਝ ਕਿਹਾ ਤਾਂ ਹਨੇਰਾ ਜਰੇਗਾ, ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਉਹਦਾ ਅਗਲੇ ਬੋਲ ਨੇ ਜਿਹੜੇ ਸੁਰਜੀਤ ਆਪਣੇ ਨਵਜੋਤ ਸਿੱਧੂ ਦੀ ਅੱਜ ਦੇ ਟਵੀਟ ਤੇ ਪੂਰਨ ਟੁਕਦੇ ਨੇ। ਕੀ ਕਹਿੰਦਾ ਉਹ? ਕਹਿੰਦਾ ਗੀਤ ਦੀ ਮੌਤ ਜੇ ਇਸ ਰਾਤ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ। ਹੁਣ ਨਵਜੋਤ ਸਿੱਧੂ ਲੋਕਾਂ ਦੀ ਆਵਾਜ਼ ਬਣ ਕੇ ਉਹਨਾਂ ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ ਤੁਰਿਆ। ਪਤਾ ਨਹੀਂ ਇਸ ਮਾਰਗ 'ਚ ਉਹ ਕਿੰਨਾ ਕੁ ਸਫਲ ਹੁੰਦਾ ਕਿ ਕਿੰਨਾ ਕੁ ਨਹੀਂ ਹੁੰਦਾ, ਤੇ ਉਹ ਕਹਿ ਰਿਹਾ ਕਿ ਮੈਂ ਕਿਸੇ ਵੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਾਂਗਾ। ਸੋ ਕਹਿਣ ਦਾ ਅਰਥ ਹੈ ਕਿ ਉਹ ਇਨਸਾਫ ਇਸੇ ਤਰੀਕੇ ਨਾਲ ਦਵਾਏਗੀ, ਕੋਈ ਵੀ ਕੀਮਤ ਤਾਰਦੀ ਪਈ। ਕੀਮਤ ਤਾਂ ਉਸਨੇ ਤਾਰੀ ਹੈ। ਸਭ ਤੋਂ ਵੱਡਾ ਇੱਕ ਉਹਦਾ ਕੈਬਨਿਟ ਮੰਤਰੀ ਦਾ ਹੁੰਦਾ। ਔਰ ਸਿੱਧੂ ਸਾਹਿਬ ਆਪਾਂ ਪੇਂਡੂ ਸੱਭਿਆਚਾਰ ਰਹਿਣ ਵਾਲੇ ਆ, ਪੇਂਡੂ ਸੱਭਿਆਚਾਰ ਜਾਂ ਪੇਂਡੂ ਕਲਚਰ ਦੇ ਵਿੱਚ ਲੰਬੜਦਾਰ ਦਾ ਉਹਦਾ ਨਹੀਂ ਤਿਆਰਦਾ, ਉਹ ਪੁਸ਼ਤ ਲੰਬੜਦਾਰੀ ਚੱਲਦੀ ਹੈ। ਸਰਪੰਚੀ ਦੇ ਅਹੁਦੇ ਦੇ ਤਿਆਗ ਪਿੱਛੇ ਕਤਲ ਹੋ ਜਾਂਦੇ ਆ, ਪਰ ਅਗਲਾ ਬੰਦਾ ਜੇਕਰ ਇਹਨਾਂ ਮੁੱਦਿਆਂ ਦੇ ਆਧਾਰ ਤੇ ਘਰ ਬੈਠਾ ਰਿਹਾ ਔਰ ਹੁਣ ਵੀ ਉਹ ਆਪਣੀ ਗੱਲ ਨਹੀਂ ਕਰ ਰਿਹਾ, ਉਹ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਕਰ ਰਿਹਾ। ਔਰ ਸਭ ਤੋਂ ਵੱਡੇ ਜਿਹੜੇ ਉਸਨੇ ਇਹ ਗੱਲ ਕੀਤੀ ਆ ਕਿ ਲੋਕ ਚੇਤਿਆਂ ਦੇ ਵਿੱਚੋਂ ਕਿਸੇ ਨੇਤਾ ਦਾ ਵਿਸ਼ਵਾਸ ਉੱਠ ਜਾਣਾ, ਇਸ ਤੋਂ ਵੱਡੀ ਮੇਰਾ ਨਹੀਂ ਖਿਆਲ ਕੋਈ ਚਪੇੜ ਜਿਹੜੀ ਆ ਉਹ ਸਮੁੱਚੇ ਰਾਜਨੀਤਿਕ ਲੋਕਾਂ ਦੇ ਉਸਨੇ ਇਸ ਤੋਂ ਵੱਡੀ ਕੋਈ ਹੋ ਸਕਦੀ ਹੈ। ਮੈਂ ਇੱਕ ਗੱਲ ਤੁਹਾਡੇ ਨਾਲ ਹੋਰ ਕਰਨਾ ਕਿ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਦੋ ਲੀਡਰਾਂ ਦੀ ਗੱਲ ਕੀਤੀ, ਪ੍ਰਤਾਪ ਸਿੰਘ ਕੈਰੋਂ ਦੀ ਔਰ ਪ੍ਰਕਾਸ਼ ਸਿੰਘ ਬਾਦਲ ਦੀ, ਔਰ ਤੀਜਾ ਜਿਹੜੇ ਨੇ ਸਾਡੇ ਕੋਲ ਅਜੋਕੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਦੀ ਗੱਲ ਕਰਨ ਲੱਗਾ। ਕੈਪਟਨ ਅਮਰਿੰਦਰ ਸਿੰਘ ਹੋਣਾ ਤੇ ਅਕਸਰ ਇਹ ਪ੍ਰਸ਼ਨ ਉੱਠਦੇ ਨੇ, ਅਸਲ ਇਹ ਸਵਾਲ ਉੱਠਦੇ ਨੇ ਕਿ ਇਹ ਕਦੇ ਕਿਸੇ ਨੂੰ ਟਾਈਮ ਨਹੀਂ ਦਿੰਦੇ ਔਰ ਨਾ ਹੀ ਪੰਜਾਬੀ 'ਚ ਪੜ੍ਹਦੇ ਤੇ ਅੰਗਰੇਜ਼ੀ ਦੀਆਂ ਚਿੱਠੀਆਂ ਪੜ੍ਹਦੇ, ਅੰਗਰੇਜ਼ੀ ਦੀਆਂ ਅਖਬਾਰਾਂ ਪੜ੍ਹਦੇ ਆ, ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਣਾ ਦੀ ਚਿੱਠੀ ਹੋਵੇ ਜਾਂ ਉਹਨਾਂ ਦੇ ਕਿਸੇ MLA ਨੂੰ ਉਹਨਾਂ ਨੂੰ ਮਿਲਣਾ ਹੋਵੇ, ਉਹ ਮਿਲਦੇ ਹੀ ਨਹੀਂ। ਇਸ ਸੰਦਰਭ 'ਚ ਤੁਹਾਨੂੰ ਮੈਂ ਇੱਕ ਵਾਕਿਆ ਸੁਣਾਉਣਾ, ਸ਼ਾਇਦ ਮੇਰੇ ਦਰਸ਼ਕਾਂ ਨੂੰ ਉਹ ਚੰਗਾ ਲੱਗੇ। ਸਾਡੇ ਇਸ ਇਲਾਕੇ 'ਚ ਇੱਕ ਇਲੈਕਸ਼ਨ ਸੀ ਤਾਂ ਉੱਥੋਂ ਦਾ ਜਿਹੜਾ ਮੁਖੀ, ਇੱਕ ਡੇਰੇ ਦਾ ਮੁਖੀ, ਤਾਂ ਡੇਰੇ ਦੇ ਮੁਖੀ ਕੋਲ ਕੋਈ
2-4 ਹਜ਼ਾਰ ਜਾਂ 5,000 ਵੋਟ ਹੁੰਦੀ ਸੀ, ਤਾਂ ਉਹ ਪਤਾ ਲੱਗਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲੋਂ ਨਾਰਾਜ਼ ਹੋ ਗਿਆ। ਤਾਂ ਉਹ ਜਿਮਨੀ ਚੋਣ ਸੀ, ਤਾਂ ਉਸ ਜਿਮਨੀ ਚੋਣ 'ਚ ਜਦੋਂ ਪਤਾ ਲੱਗਾ ਕਿ ਉਹ ਬਾਬਾ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਨਾਰਾਜ਼ ਹੋ ਗਿਆ, ਤਾਂ ਤੁਸੀਂ ਮੰਨਣਾ ਨਹੀਂ ਸਿੱਧੂ ਸਾਹਿਬ, ਬਾਦਲ ਸਾਹਿਬ ਕੋਲ ਇਹ ਗੱਲ ਪਹੁੰਚੀ ਕਿ ਬਾਬਾ ਨਾਰਾਜ਼ ਹੋ ਗਿਆ। ਤਾਂ ਉਹਨਾਂ ਨੇ ਫੋਨ ਕੀਤਾ ਕਿ ਬਾਬਾ ਜੀ ਮੈਂ ਸਵੇਰੇ ਚਾਹ ਪੀਣ ਆਉਣਾ, ਬਾਦਲ ਸਾਹਿਬ ਦੀ ਜਿੱਦਾਂ ਦੀ ਕਾਰਜਸ਼ੈਲੀ ਹੈ। ਤਾਂ ਬਾਬਾ ਹੁਣ ਕੀ ਕਹਿ ਸਕਦਾ ਕਿ ਜਦੋਂ ਪੰਜਾਬ ਦਾ ਮੁੱਖ ਮੰਤਰੀ ਇੰਨੀ ਗੱਲ ਕਵੇ ਕਿ ਬਾਬੇ ਨੇ ਉਹ ਮੈਂ ਚਾਹ ਪੀਣ ਆਉਣਾ, ਤਾਂ ਕਹਿੰਦਾ ਜੀ ਬਾਬਾ ਜੀ ਮੈਂ ਕਿੰਨੇ ਕੁ ਵਜੇ ਸਵੇਰੇ ਪਹੁੰਚਾ, ਕਹਿੰਦੇ 8:30 ਆ ਜਿਓ। ਤੇ ਤੁਸੀਂ ਸਿੱਧੂ ਸਾਹਿਬ ਮੰਨਣਾ ਨਹੀਂ, ਪ੍ਰਕਾਸ਼ ਸਿੰਘ ਬਾਦਲ ਸਵੇਰੇ 8 ਵਜੇ ਹੈਲੀਕਾਪਟਰ ਉਹ ਬਾਬੇ ਦੇ ਡੇਰੇ ਉਤਰ ਗਿਆ ਸੀ ਤੇ ਕਹਿੰਦਾ ਬਾਬਾ ਜੀ ਆਓ ਬੈਠੋ ਮੇਰੇ ਡੇਰੇ ਦੇ ਹੈਲੀਕਾਪਟਰ 'ਚ, ਤੇ ਤੁਹਾਨੂੰ ਲੈ ਕੇ ਚੱਲੀਏ ਰੈਲੀ ਦੇ ਵਿੱਚ। ਤਾਂ ਬਾਬਾ ਮਾਰ ਕੇ ਛਾਲਾਂ ਪ੍ਰਕਾਸ਼ ਸਿੰਘ ਬਾਦਲ ਦੇ ਹੈਲੀਕਾਪਟਰ 'ਚ ਬੈਠ ਕੇ ਜਾ ਕੇ ਰੈਲੀ ਦੀ ਗੱਲ। ਇਹ ਗੱਲ ਹੁੰਦੀ ਹੈ ਵਰਕਰ ਨੂੰ ਨਾਲ ਲੈ ਕੇ ਤੁਰਨ ਦੀ, ਇਹ ਗੱਲ ਹੁੰਦੀ ਹੈ ਆਪਣੇ ਵਿਧਾਇਕਾਂ ਨੂੰ ਨਾਲ ਲੈ ਕੇ ਤੁਰਨ ਦੀ। ਤੇ ਜਦੋਂ ਨਿਰਮਲ ਸਿੰਘ ਚਤਰਾਣੇ ਵਰਗੇ ਬੰਦੇ ਜਾਂ ਹੋਰ ਐਮਐਲਏ ਜਦੋਂ ਜਾਂਦੇ ਨੇ, ਤਾਂ ਉੱਥੋਂ ਉਹਨਾਂ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ ਜਾਂ ਹੋਰ ਸਲਾਹਕਾਰ ਉਹੀ ਬਾਹਰ ਮੌਕ ਦਿੱਤੇ ਜਾਣ, ਤਾਂ ਫਿਰ ਤਾਂ ਤੁਹਾਡੀ ਸ਼ਖਸੀਅਤ ਨੂੰ ਖੋਰਾ ਲੱਗਣਾ। ਤੇ ਫਿਰ ਜੋ ਸਿੱਧੂ ਕਹਿ ਰਿਹਾ ਦਿੱਤੇ ਆ ਅਣਖੀ ਸਾਹਿਬ, ਝੂਠੇ ਇਹਨਾਂ ਨੇ ਵੀ ਦਿੱਤੇ ਆ। ਮਹਾਰਾਣੀ ਪ੍ਰਨੀਤ ਕੌਰ ਨੇ ਜਿਹੜੇ ਇਹਨਾਂ ਦੇ ਇਲਾਕੇ ਦੇ 4 ਵਿਧਾਇਕ ਬੋਲੇ ਸੀ, ਮਦਨ ਲਾਲ ਜਲਾਲਪੁਰ ਹੁਣੀ, ਝੂਟੇ ਤਾਂ ਉਹਨਾਂ ਨੇ ਵੀ ਦਵਾਏ ਸੀਗੇ ਹੈਲੀਕਾਪਟਰ ਦੇ ਵਿੱਚ, ਝੂਟੇ ਦਵਾ ਕੇ ਤਾਂ ਉਹ ਬਣਾਏ ਸੀ ਬਾਅਦ ਚ। ਨਹੀਂ, ਝੂਟੇ ਦਵਾਉਣ ਦੀ ਗੱਲ ਜਿਹੜੀ ਨਾ ਉਹ ਅਲੱਗ ਹੁੰਦੀ, ਉਸ ਸਮੇਂ ਦੀ ਗੱਲ ਸੀ। ਪਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਮੈਂ ਜਸਟ ਇੱਕ ਗੱਲ ਕੀਤੀ ਕਿ ਉਹ ਵਰਕਰ ਨੂੰ ਜਾਣ ਨਹੀਂ ਸੀ ਦਿੰਦੇ, ਇਕੱਲੇ ਇਕੱਲੇ ਬੰਦੇ ਦਾ ਨਾਮ। ਮੈਂ ਇੱਕ ਗੱਲ ਕਲੀਅਰ ਕਰਦਾ ਆਪਣੇ ਇਸ ਮੰਚ ਤੋਂ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਾਂ ਕਾਂਗਰਸ ਪਾਰਟੀ ਦੇ ਜਾਂ ਆਮ ਆਦਮੀ ਪਾਰਟੀ ਦੇ ਹਮਾਇਤੀ ਨਹੀਂ ਹੈ। ਸਾਡੀ ਇੱਕ ਨਿਰਪੱਖ ਗੱਲਬਾਤ ਹੋ ਰਹੀ ਹੈ, ਨਿਰਪੱਖ ਵਿਸ਼ਲੇਸ਼ਣ ਹੋ ਰਿਹਾ। ਤਾਂ ਜਦੋਂ ਅਸੀਂ ਨਿਰਪੱਖ ਵਿਸ਼ਲੇਸ਼ਣ ਕਰਦੇ ਤਾਂ ਸਾਡਾ ਇਹ ਜ਼ਰੂਰ ਇੱਕ ਫਰਜ਼ ਬਣਦਾ ਕਿ ਜੇਕਰ ਕਿਸੇ ਵਿਅਕਤੀ ਦੀ ਕੋਈ ਚੰਗੀ ਗੱਲ ਹੈ ਤਾਂ ਉਹ ਵੀ ਕੀਤੀ ਜਾਵੇ। ਸੋ ਇਸ ਕਰਕੇ ਮੈਂ ਇੱਕ ਉਦਾਹਰਨ ਜਿਹੜੀ ਆ ਉਹ ਬਾਦਲ ਹੋਣਾ ਦੀ ਜਿਹੜੀ ਦਿੱਤੀ ਆ। ਔਰ ਕੈਪਟਨ ਇਸੇ ਕਰਕੇ ਹੀ ਨਵਜੋਤ ਸਿੱਧੂ ਦਾ ਜਿਹੜਾ ਟਵੀਟ ਆ ਉਹ ਆਇਆ ਸਾਹਮਣੇ, ਕਿਉਂਕਿ ਉਹ ਲੋਕਾਂ ਦੇ ਵਿਸ਼ਵਾਸ ਜਿਹੜਾ ਲੋਕ ਚੇਤਿਆਂ ਚੋਂ ਡਿੱਗ ਪਿਆ। ਇਸ ਕਰਕੇ ਮੈਂ ਇਹ ਜਿਹੜੀ ਉਦਾਹਰਨ ਜਿਹੜੀ ਉਹ ਦਿੱਤੀ। ਤੁਸੀਂ ਆ ਜਿਹੜਾ ਤੁਸੀਂ ਵਰਕਰਾਂ ਨੂੰ ਮਨਾਉਣ ਦੀ ਗੱਲ ਕੀਤੀ ਕਿ ਪ੍ਰਕਾਸ਼ ਸਿੰਘ ਬਾਦਲ ਕਿਸ ਤਰੀਕੇ ਦੇ ਨਾਲ ਵਰਕਰਾਂ ਨੂੰ ਮਨਾਉਂਦੇ ਹੁੰਦੇ ਸੀ, ਤਾਂ ਹੁਣ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਦੇ ਨਾਰਾਜ਼ਗੀ ਤੋਂ ਬਾਅਦ ਹਰ ਖੇਮੇ ਦੇ ਵਿੱਚ, ਚਾਹੇ ਉਹ ਜਿਹੜਾ ਖੇਮਾ ਹੋਵੇ ਐਮਪੀਆਂ ਦਾ, ਚਾਹੇ ਉਹ ਮੰਤਰੀਆਂ ਦਾ ਹੋਵੇ, ਚਾਹੇ ਉਹ ਐਮਐਲਏਆਂ ਦਾ ਹੋਵੇ, ਸਾਰੇ ਦੇ ਸਾਰੇ ਇੱਕ ਤਰੀਕੇ ਦੇ ਨਾਲ ਨਾਰਾਜ਼ ਮੰਨੇ ਜਾ ਰਿਹਾ, ਛੱਡ ਕੇ 2-4 ਮੰਤਰੀਆਂ ਨੂੰ। ਤੇ ਇਹ ਵੀ ਗੱਲ ਦੱਸੀ ਜਾ ਰਹੀ ਹੈ ਕਿ ਇਹ ਤਾਂ ਉਹ ਬੰਦੇ ਨੇ ਜਿਹੜੇ ਸਾਹਮਣੇ ਆ ਗਏ, ਤੇ ਜਿਹੜੇ ਚੁੱਪ ਬੈਠੇ ਨੇ ਉਹ ਨਾ ਤਾਂ ਉਹਨਾਂ ਦੇ ਹੱਕ ਦੇ ਵਿੱਚ ਆ, ਉਹ ਵਿਰੋਧ ਦੇ ਵਿੱਚ ਜ਼ਰੂਰ ਆ, ਪਰ ਉਹ ਜਦੋਂ ਕੋਈ ਕੈਪਟਨ ਅਮਰਿੰਦਰ ਸਿੰਘ ਨੂੰ ਪਿੱਛੇ ਲਾਉਣ ਵਾਲਾ ਧੜਾ ਕੋਈ ਅੱਗੇ ਆ ਗਿਆ, ਉਹਨਾਂ ਨੇ ਫੱਟ ਕਹਿੰਦੇ ਦੂਜੇ ਪਾਸੇ ਛਾਲ ਮਾਰ ਦੇਣੀ ਹੈ। ਤਾਂ ਇੱਥੇ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੀ ਹੁਣ ਮਿੰਨਤਾਂ ਦੀ ਦੌਰ ਸ਼ੁਰੂ ਹੋ ਗਿਆ। ਤੁਸੀਂ ਕਿਹਾ ਵੀ ਪ੍ਰਕਾਸ਼ ਸਿੰਘ ਬਾਦਲ ਮਨਾਉਂਦੇ ਹੁੰਦੇ ਸੀ, ਇੱਧਰੋਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਹੁਣ ਮਨਾਉਣਾ ਸ਼ੁਰੂ ਕਰ ਦਿੱਤਾ। ਕੱਲ ਫੋਨ ਲਾ ਕੇ ਮਨਾ ਰਹੇ ਸੀ, ਤੇ ਹੁਣ ਮਿੰਨਤਾਂ ਕਿਹਦੀਆਂ ਕਰ ਰਹੇ ਨੇ? ਪ੍ਰਸ਼ਾਂਤ ਕਿਸ਼ੋਰ ਦੀਆਂ, ਕਿ ਭਾਈ ਮੈਨੂੰ ਤਾਂ ਹੁਣ ਸਾਰੇ ਛੱਡਦੇ ਜਾ ਰਹੇ ਆ, ਹੁਣ ਤੂੰ ਵੀ ਆ ਅੱਗੇ, ਤੂੰ ਮੇਰਾ ਪ੍ਰਿੰਸੀਪਲ ਐਡਵਾਈਜ਼ਰ ਆ, ਤੂੰ ਬੜਾ ਰਣਨੀਤੀ ਘਾਣਾ ਮੰਨਿਆ ਜਾਂਦਾ, ਬੰਗਾਲ ਦੇ ਵਿੱਚ ਤੂੰ ਤਾਜ਼ੀ ਸਰਕਾਰ ਬਣਵਾ ਕੇ ਹਟਿਆ, ਆ ਕੇ ਹੁਣ ਪੰਜਾਬ ਦੀ ਵੀ ਵਾਂਗਡੋਰ ਸਾਹਿਬ ਮੇਰੇ ਨਾਲ ਆ ਕੇ। ਤਾਂ ਹੁਣ ਸੁਣਨ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦਿੱਤਾ। ਕਿਵੇਂ ਦੇਖੋ ਤੁਸੀਂ ਪ੍ਰਸ਼ਾਂਤ ਕਿਸ਼ੋਰ ਦੀ ਗੱਲ ਕਰ ਰਹੇ ਹੋ। ਪ੍ਰਸ਼ਾਂਤ ਕਿਸ਼ੋਰ ਉਹ ਵਿਅਕਤੀ ਆ ਜਿਹੜਾ, ਮੈਂ ਵਿਅਕਤੀ ਨਹੀਂ ਕਹਾਂਗਾ, ਇੱਕ ਸੰਸਥਾ ਕਹਾਂਗਾ ਕਿ ਹੁਣ ਉਹ ਸੰਸਥਾ ਬਣ ਚੁੱਕਾ ਕਿ ਉਹ ਜਿੱਧਰ ਜਾਂਦਾ, ਚਾਹੇ ਉਹ ਮੋਦੀ ਵੱਲ ਜਾਵੇ ਤਾਂ ਮੋਦੀ ਨੂੰ ਜਿੱਤ ਪ੍ਰਾਪਤ ਹੁੰਦੀ ਆ, ਜੇ ਵੈਸਟ ਬੰਗਾਲ 'ਚ ਮਮਤਾ ਬੈਨਰਜੀ ਕੋਲ ਜਾਂਦਾ ਤਾਂ ਉੱਥੇ ਉਹ ਸਰਕਾਰ ਬਣਾ ਸਕਦਾ, ਤੇ ਜੇਕਰ ਉਹ ਦਿੱਲੀ 'ਚ ਆਉਂਦਾ ਤਾਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣਾਉਂਦਾ। ਤੇ ਹੁਣ ਤੁਸੀਂ ਕਹਿ ਰਹੇ ਜੀ ਕਿ ਉਹ ਪ੍ਰਸ਼ਾਂਤ ਕਿਸ਼ੋਰ ਦੀਆਂ ਮਿੰਨਤਾਂ ਜਿਹੜੇ ਨੇ ਕੈਪਟਨ ਸਾਹਿਬ ਕਰ ਰਹੇ ਨੇ। ਦੇਖੋ ਪ੍ਰਸ਼ਾਂਤ ਕਿਸ਼ੋਰ ਜਿਹੜਾ ਵਿਅਕਤੀ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ ਸਿੱਧੂ ਸਾਹਿਬ, ਉਹ ਵੀ ਤਾਂ ਇੱਕ ਸਧਾਰਨ ਵਿਅਕਤੀ ਹੈ, ਕੋਈ ਰੱਬੀ ਉਹ ਚੀਜ਼ ਤਾਂ ਹੈ ਨਹੀਂ। ਉਸਨੇ ਪੰਜਾਬ ਦੇ ਹਾਲਾਤਾਂ ਦਾ ਸਮੁੱਚਾ ਐਨਾਲਿਸਿਸ ਕਰ ਲਿਆ, ਪੰਜਾਬ ਦੀ ਸਮੁੱਚੀ ਰਾਜਨੀਤਿਕ ਹਲਕਿਆਂ ਨੂੰ ਉਸਨੇ ਨੇੜੇ ਤੋਂ ਪਛਾਣ ਲਿਆ, ਔਰ ਉਸਨੂੰ ਇਹ ਗੱਲ ਦਾ ਪਤਾ ਲੱਗ ਗਿਆ ਕਿ ਮੌਜੂਦਾ ਸਮੇਂ ਦੇ ਵਿੱਚ ਜਿਹੜੀਆਂ ਪਰਿਸਥਿਤੀਆਂ ਬਣੀਆਂ ਨੇ ਉਹ ਕਿਸੇ ਵੀ ਸੂਰਤ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ 2022 ਦੇ ਵਿੱਚ ਸੱਤਾ ਦੇ ਲਾਗੇ ਨਹੀਂ ਪਹੁੰਚਾ ਸਕਦੀਆਂ। ਤਾਂ ਇਹ ਜਿਹੜਾ ਉਸਦਾ ਜਿਹੜੀ ਸਥਿਤੀ ਦੀ ਜਾਣਕਾਰੀ ਨੂੰ ਨੇੜੇ ਤੋਂ ਪਛਾਣਨਾ, ਔਰ ਨੇੜੇ ਤੋਂ ਪਛਾਣਨ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਦਾ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਤੋਂ ਅਲੱਗ ਹੋ ਜਾਣਾ, ਇਹ ਦਰਸਾਉਂਦਾ ਕਿ ਪ੍ਰਸ਼ਾਂਤ ਕਿਸ਼ੋਰ ਕਿਸੇ ਵੀ ਤਰੀਕੇ ਨਾਲ ਆਪਣੀ ਉਸ ਛਵੀ ਨੂੰ, ਆਪਣੀ ਉਸ ਪਹਿਚਾਣ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਸੰਦਰਭ ਦੇ ਵਿੱਚ ਕਦੇ ਵੀ ਖੋਰਾ ਨਹੀਂ ਲਗਾਉਣਾ ਚਾਹੁੰਦਾ। ਉਹਨੇ ਸਭ ਤੋਂ ਪਹਿਲਾਂ ਤਾਂ ਇਹ ਗੱਲ ਕੀਤੀ ਕਿ ਜੀ ਮੈਂ ਜੀ ਸੰਨਿਆਸ ਜਿਹੜਾ ਮੈਂ ਤਿਆਗ ਕਰਦਾ। ਵੇਖੋ
ਜੇਕਰ ਪ੍ਰਸ਼ਾਂਤ ਕਿਸ਼ੋਰ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਨਹੀਂ ਛੱਡਦਾ ਔਰ ਦੁਬਾਰਾ ਜੁਆਇਨ ਕਰਦਾ, ਔਰ ਉਸ ਤੋਂ ਮਗਰੋਂ ਉਹਦੇ ਜੁਆਇਨ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਨੂੰ ਜੁਆਇਨ ਕਰਨ ਤੋਂ ਬਾਅਦ ਵੀ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਹਾਰ ਜਾਂਦੀ ਹੈ, ਕੈਪਟਨ ਅਮਰਿੰਦਰ ਸਿੰਘ ਹਾਰ ਜਾਂਦੇ ਆ, ਤਾਂ ਇਹ ਖੋਰਾ ਜਿਹੜਾ ਹੈ ਪ੍ਰਸ਼ਾਂਤ ਕਿਸ਼ੋਰ ਦੀ ਉਸ ਛਵੀ ਨੂੰ ਸਦਾ ਵਾਸਤੇ ਖਤਮ ਕਰ ਦੇਗਾ, ਜਿਹਦੇ ਕਹਿੰਦੇ ਕਿ ਉਹ ਜਿੱਥੇ ਜਾਂਦਾ ਫਤਿਹ ਦਾ ਝੰਡਾ ਗੱਡ ਦਿੰਦਾ। ਇਸ ਕਾਰਨ ਜਿਹੜਾ ਪ੍ਰਸ਼ਾਂਤ ਕਿਸ਼ੋਰ ਹੈ ਇਸ ਸਾਰੀ ਸਥਿਤੀ ਤੋਂ, ਕਿਉਂਕਿ ਉਹ ਬੁਨਿਆਦੀ ਤੌਰ ਤੇ ਸਮਝ ਚੁੱਕਾ ਕਿ ਇੱਥੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਬੇਅਦਬੀ ਦਾ ਮੁੱਦਾ ਉਹ ਲੋਕ ਮਾਨਸਿਕਤਾ ਨਾਲ ਜੁੜਿਆ, ਤਾਂ ਉਹਦੇ ਤੋਂ ਛੱਡ ਕੇ ਉਹ ਕੀ ਸਲੋਗਨ ਦੇ ਸਕਦਾ। ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਪ੍ਰਸ਼ਾਂਤ ਕਿਸ਼ੋਰ ਹੋਣਾ ਦੀ, ਉਹਦੇ ਵਿੱਚ ਕੋਈ ਬੰਦਾ ਕਹਿ ਰਿਹਾ ਸੀ ਕਿ ਤੁਸੀਂ ਇੰਟਰਵਿਊ ਕਰ ਰਿਹਾ ਸੀ, ਉਹਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਕਹਿ ਰਹੇ ਸੀ, ਕਹਿੰਦੇ ਮੈਂ ਪੰਜਾਬ ਦੀਆਂ ਚੋਣਾਂ ਕਰਕੇ ਆ ਤੇ ਪੰਜਾਬ ਦੇ ਵਿੱਚ ਕਹਿੰਦੇ ਮੈਂ ਜਿਤਾ ਕੇ ਆਇਆ ਤੇ ਉੱਥੇ ਕਹਿੰਦੇ ਵਾਅਦੇ ਵੂਦੇ ਕੀਤੇ ਸੀ ਇਹਨਾਂ ਨੇ ਤੇ ਵਾਅਦੇ ਪੂਰੇ ਨਹੀਂ ਹੋਏ। ਕਹਿੰਦੇ ਲੋਕ ਕਮੈਂਟ ਕਰਨ ਲੱਗੇ, ਲੋਕ ਮੈਸੇਜ ਕਰਨ ਲੱਗੇ ਵੀ ਤੁਸੀਂ ਭਾਈ ਇਹ ਕਰਵਾਏ ਸੀ, ਇਹ ਹੁਣ ਹੋ ਨਹੀਂ ਰਹੇ। ਕਹਿੰਦੇ ਮੈਂ ਉਦੋਂ ਹੀ ਉਹ ਮੈਸੇਜ ਰਾਹੁਲ ਗਾਂਧੀ ਨੂੰ ਭੇਜਿਆ ਵੀ ਆਹ ਦੇਖ ਲਓ, ਮੇਰਾ ਕੰਮ ਆ ਸਿਰਫ ਵਾਅਦੇ ਕਰਵਾਉਣਾ, ਠੀਕ ਹੈ, ਲੋਕ ਕੀ ਚਾਹੁੰਦੇ ਆ ਉਹ ਤੁਹਾਨੂੰ ਦੱਸਣਾ ਵੀ ਆਹ ਲੋਕ ਭਾਵੇਂ ਵਾਅਦੇ ਕਰਦੇ ਹੋ ਤੇ ਤੁਸੀਂ ਜਿੱਤ ਜਾਓਗੇ। ਹੁਣ ਵਾਅਦੇ ਤਾਂ ਕਹਿੰਦੇ ਤੁਸੀਂ ਪੂਰੇ ਕਰਨੇ ਨੇ, ਤਾਂ ਫਿਰ ਹੋ ਸਕਦਾ ਕਿ ਸਥਿਤੀ ਨੂੰ ਵਾਚਦੇ ਆ ਜੇ ਉਹ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਮੈਂ ਭਾਈ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਨਹੀਂ ਦੇ ਸਕਦਾ, ਤਾਂ ਹੋ ਸਕਦਾ ਕਿ ਉਹਨਾਂ ਦੇ ਵੱਲੋਂ ਹਾਈ ਕਮਾਨ ਨੂੰ ਵੀ ਅਜਿਹਾ ਕੁਝ ਦੱਸ ਦਿੱਤਾ ਹੋਵੇ, ਰਾਹੁਲ ਗਾਂਧੀ ਨੂੰ ਵੀ ਦੱਸ ਦਿੱਤਾ ਹੋਵੇ, ਕਿਉਂਕਿ ਰਾਹੁਲ ਗਾਂਧੀ ਨੂੰ ਕਰੀਬੀ ਮੰਨੇ ਜਾਂਦੇ ਨੇ, ਕੀ ਪਤਾ ਉਹਨਾਂ ਨੇ ਦੱਸਤਾ ਹੋਵੇ ਕਿ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਥਿਤੀ ਠੀਕ ਨਹੀਂ ਆ ਤੇ ਉਹ ਕਨਸੂਆਂ ਹਾਈ ਕਮਾਨ ਦੀਆਂ ਕਨਸੂਆਂ ਲੈ ਕੇ ਹੀ ਪੰਜਾਬ ਦੇ ਅੰਦਰ ਬਗਾਵਤ ਉੱਠੀ ਹੋਵੇ। ਨਹੀਂ, ਬਿਲਕੁਲ ਇਸ ਗੱਲ 'ਚ ਤਾਂ ਕੋਈ ਦੋ ਰਹਿਮਤ ਨਹੀਂ। ਸਿੱਧੂ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਜਿਵੇਂ ਉਹ ਰਾਹੁਲ ਗਾਂਧੀ ਦੀ ਪੁਲਿਸ ਨੇ ਪਹਿਲਾਂ ਹੀ ਗੱਲ ਕੀਤੀ ਕਿ ਉਹ ਇੱਕ ਸੰਸਥਾ ਹੈਗੀ, ਇੱਕ ਬਿਜ਼ਨਸਮੈਨ ਆ, ਕਿ ਉਹਦੇ ਹਰ ਬੰਦੇ ਨਾਲ ਸੰਬੰਧ ਹੋ ਸਕਦੇ, ਜੇਕਰ ਨਰਿੰਦਰ ਮੋਦੀ ਦੀ ਟੀਮ 'ਚ ਨੈਚੁਰਲੀ ਤੌਰ 'ਤੇ ਉਹਦੇ ਨਾਲ ਆ, ਔਰ ਉਹ ਜਿਹੜਾ 10-15 ਦਿਨ ਉਹ ਠਹਿਰਿਆ। ਇਹੋ ਜਿਹੇ ਵਿਅਕਤੀ ਜਿਹੜੇ ਹੁੰਦੇ ਨੇ ਕੇਵਲ 10-15 ਦਿਨਾਂ ਦੀ ਸਥਿਤੀ ਤੋਂ ਜਾਇਜ਼ਾ ਨਹੀਂ ਲੈਂਦੇ। ਜਿਸ ਤਰੀਕੇ ਨਾਲ ਤੁਸੀਂ ਗੱਲ ਕਹੀ ਕਿ ਹਾਂ ਵੀ ਵਾਅਦੇ ਤੇ ਮੈਂ ਕਰਾਉਣੇ ਸੀ ਪੂਰੇ ਤਾਂ ਤੁਸੀਂ ਕਰਨੇ, ਤਾਂ ਉਹਨਾਂ 'ਚ ਇੱਕ ਵੀ ਵਾਅਦਾ ਜਿਹੜਾ ਪੂਰਾ ਨਹੀਂ ਹੋਇਆ। ਔਰ ਪ੍ਰਸ਼ਾਂਤ ਕਿਸ਼ੋਰ ਵਾਸਤੇ ਇਹ ਬੜੀ ਵੱਡੀ ਬੇਨਮੋਸ਼ੀ ਦੀ ਸਥਿਤੀ ਹੋਵੇਗੀ ਕਿ ਜੇਕਰ 2022 ਦੀਆਂ ਚੋਣਾਂ 'ਚ ਉਹ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਨਾਲ ਤੁਰਦਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਫਿਰ ਹਾਰ ਜੇ, ਤਾਂ ਇਹ ਖੋਰਾ ਜਿਹੜਾ ਹੈ ਉਸ ਪ੍ਰਸ਼ਾਂਤ ਕਿਸ਼ੋਰ ਦੀ ਜਿਹੜੀ ਇੱਕ ਦਿੱਖ ਆ ਉਸ ਨੂੰ ਖਤਮ ਕਰੇਗਾ। ਕਿਤੇ ਨਾ ਕਿਤੇ ਪ੍ਰਸ਼ਾਂਤ ਕਿਸ਼ੋਰ ਦੀ ਜਵਾਬ ਦੇ ਪਿੱਛੇ ਇਹ ਵੀ ਕਾਰਨ ਹੋ ਸਕਦਾ, ਕਿਉਂਕਿ ਪਿਛਲੇ ਦਿਨੀ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਹੋ ਸਕਦਾ ਕਿ ਪ੍ਰਸ਼ਾਂਤ ਕਿਸ਼ੋਰ ਮੌਜੂਦਾ 30 ਵਿਧਾਇਕਾਂ ਦੀਆਂ ਟਿਕਟਾਂ ਕਟਵਾ ਦੇਣ, ਤਾਂ ਉਹਦੇ ਵਿੱਚ ਕੁਝ ਮੰਤਰੀ ਵੀ ਦੱਸੇ ਜਾ ਰਹੇ ਸੀ। ਤਾਂ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਬੜਾ ਡਟ ਕੇ ਕਿਹਾ ਸੀ ਵੀ ਪ੍ਰਸ਼ਾਂਤ ਕਿਸ਼ੋਰ ਕੌਣ ਹੁੰਦਾ ਟਿਕਟਾਂ ਨਹੀਂ ਦਖਲ ਦੇਣ ਵਾਲਾ। ਉਹ ਵੀ ਕਿਤੇ ਨਾ ਕਿਤੇ ਗੁੱਸਾ ਤਾਂ ਹੁੰਦਾ ਹੀ ਹੈ ਕਿ ਮੈਂ ਇਹਨਾਂ ਦੀ ਸਰਕਾਰ ਬਣਾਉਣ ਦੇ ਲਈ ਇਹਨਾਂ ਨੂੰ ਰਣਨੀਤੀ ਦੱਸ ਰਿਹਾ ਤੇ ਇਹ ਡਟ ਕੇ ਮੇਰੇ ਫੈਸਲੇ ਇਗਨੋਰ ਕਰ ਰਹੇ। ਨਹੀਂ, ਬਿਲਕੁਲ, ਕਿਉਂਕਿ ਪ੍ਰਸ਼ਾਂਤ ਕਿਸ਼ੋਰ ਨੇ ਜਿਹੜੀ ਗੱਲ ਕੀਤੀ, ਇਹ ਜਿਹੜੀ ਬਿਆਨ ਦੀ ਤੁਸੀਂ ਗੱਲ ਕੀਤੀ, ਉਹਨੇ ਉਸ ਜ਼ਮੀਨੀ ਹਕੀਕਤ ਦੇ ਆਧਾਰ ਤੇ ਗੱਲ ਕੀਤੀ। ਉਹਦੀਆਂ ਟੀਮਾਂ ਜੇ ਰਾਹੁਲ ਗਾਂਧੀ ਦੀਆਂ ਤੁਰੀਆਂ ਫਿਰਦੀਆਂ ਤਾਂ ਆਪਣੇ ਪ੍ਰਸ਼ਾਂਤ ਕਿਸ਼ੋਰ ਦੀਆਂ ਟੀਮਾਂ ਵੀ ਤੁਰੀਆਂ ਫਿਰਦੀਆਂ ਸੀ, ਤਾਂ ਉਹਦੇ ਆਧਾਰ ਤੇ ਹੀ ਉਹਨੇ ਜੋ ਕਿਹਾ ਜਾਂ ਨਹੀਂ ਕਿਹਾ ਕਿ 30 MLA ਦੀਆਂ ਉਹ ਟਿਕਟਾਂ ਘਟਾ ਸਕਦਾ। ਪਰ ਜੇਕਰ ਇਹੋ ਜਿਹੀ ਗੱਲ ਸਾਹਮਣੇ ਆਈ ਹੋਏਗੀ ਤਾਂ ਉਸਨੇ ਪੂਰਨ ਤੌਰ ਤੇ ਸਥਿਤੀ ਦਾ ਜਾਇਜ਼ਾ ਲੈ ਕੇ ਹੀ ਇਹ ਗੱਲ ਕੀਤੀ ਹੋਏਗੀ, ਕਿਉਂਕਿ ਉਹਨੇ ਜਿੱਤ ਦਿਵਾਉਣੀ ਹੈ। ਉਹਨੇ ਫਿਰ ਹਾਰੇ ਹੋਏ ਜਿਹੜੇ ਘੋੜੇ ਨੇ ਉਹਨਾਂ ਤੇ ਦਾ ਨਹੀਂ ਲਾਉਣਾ ਕਿ ਜਿਹੜੇ ਘੋੜੇ ਜਿੱਤ ਹੀ ਨਾ ਸਕਣ, ਕਿਉਂਕਿ ਉਸ ਬੰਦੇ ਦੀ ਸਥਿਤੀ ਇਹ ਹੈ ਕਿ ਉਸਨੇ ਫਿਰ ਸੱਤਾ ਬਣਾਉਣੀ ਹੈ। ਤਾਂ ਜੇਕਰ ਕੈਪਟਨ ਅਮਰਿੰਦਰ ਸਿੰਘ ਅਜਿਹੀ ਸਥਿਤੀ ਤੋਂ ਪਹਿਲਾਂ ਹੀ ਇਹੋ ਜਿਹੇ ਵਿਅਕਤੀ ਨੂੰ ਦਰਕਨਾਰ ਕਰਨ ਦੀ ਕੋਸ਼ਿਸ਼ ਕਰਦਾ, ਉਹਦੀ ਸਲਾਹ ਮੰਨਣ ਦੀ ਕੋਸ਼ਿਸ਼ ਕੋਸ਼ਿਸ਼ ਕਰਦੇ ਨੇ, ਤਾਂ ਫਿਰ ਸਿੱਧੂ ਸਾਹਿਬ ਜਿਸ ਤਰ੍ਹਾਂ ਪੰਜਾਬੀ 'ਚ ਕਹਿੰਦੇ ਨੇ ਭਰਿਆ ਮੇਲਾ ਛੱਡ ਜਾਣਾ, ਕਿ ਮੇਲਾ ਜਦੋਂ ਉੱਜੜ ਜਾਵੇ ਨਾ ਉਸ ਵਕਤ ਤਾਂ ਸਾਰੇ ਚਲੇ ਜਾਂਦੇ ਆ, ਪਰ ਜਦੋਂ ਮੇਲਾ ਭਰਿਆ ਹੀ ਛੱਡਣਾ ਚਾਹੀਦਾ। ਪ੍ਰਸ਼ਾਂਤ ਕਿਸ਼ੋਰ ਨੇ ਜਿਹੜਾ ਮੇਲਾ ਭਰਿਆ ਸਿਰਫ ਇਸ ਕਰਕੇ ਛੱਡਿਆ ਕਿਉਂਕਿ ਉਸਨੂੰ ਪਤਾ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਥਿਤੀ ਕੀ ਹੈ, ਔਰ ਉਸ ਸਥਿਤੀ ਦਾ ਜਿਹੜਾ ਸਿੱਟਾ ਉਹ 2022 ਦੀਆਂ ਚੋਣਾਂ 'ਚ ਕੀ ਨਿਕਲਣਾ, ਜਿਸ ਕਾਰਨ ਉਹ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਤੋਂ ਅਲੱਗ ਹੋ ਗਿਆ। ਪਰ ਹੁਣ ਦੂਜੇ ਪਾਸੇ ਕੀ ਹੈ, ਕੈਪਟਨ ਅਮਰਿੰਦਰ ਸਿੰਘ ਅਸੀਂ ਕਹਿ ਸਕਦੇ ਕਿ ਜਿਸ ਤਰ੍ਹਾਂ ਆਮ ਟਵਿੱਟਰ ਦੇ ਆਉਂਦਾ ਕਿ ਉਹ ਹੰਕਾਰੇ ਹੋਏ ਨੇ ਕਈ ਨੇ, ਕੈਪਟਨ ਅਮਰਿੰਦਰ ਸਿੰਘ ਕੋਈ ਸ਼ੱਕ ਨਹੀਂ ਕਿ ਸੱਤਾ ਦੇ ਨਸ਼ੇ ਦੇ ਵਿੱਚ ਉਹ ਇੱਥੋਂ ਤੱਕ ਪਹੁੰਚ ਕੇ ਕਿ ਉਹਨਾਂ ਕਦੀ ਕਿਸੇ ਦੀ ਪਰਵਾਹ ਨਹੀਂ ਕੀਤੀ। ਪਰ ਜਦੋਂ ਇੱਕ ਗਾਣਾ ਹੈ ਨਾ, ਵਿਛੜੇ ਸਵੇ ਬਾਰੀ ਬਾਰੀ, ਇਸ ਤਰ੍ਹਾਂ ਤੋਂ ਹੁਣ ਜਦੋਂ ਵਿਛੜਨਗੇ ਤਾਂ ਹੁਣ ਉਹਨਾਂ ਨੂੰ ਫਿਰ ਪ੍ਰਸ਼ਾਂਤ ਕਿਸ਼ੋਰ ਯਾਦ ਆ ਰਿਹਾ। ਪਰ ਹੁਣ ਸਥਿਤੀ ਜਿਹੜੀ ਹੈ, ਤੀਰ ਜਿਹੜਾ ਹੈ ਉਸ ਕਮਾਨ ਚੋਂ ਨਿਕਲ ਚੁੱਕਾ। ਹੁਣ ਇਹ ਕੋਈ ਆਉਂਦੇ ਸੰਦਰਭਾਂ 'ਚ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਦੀਆਂ ਵੀ ਨਜ਼ਦੀਕੀਆਂ ਜਿਹੜੀਆਂ ਬਹੁਤ ਜ਼ਿਆਦਾ ਸੀ ਉਹਦੇ ਨਾਲ, ਪ੍ਰਸ਼ਾਂਤ ਕਿਸ਼ੋਰ ਦੇ ਨਾਲ, ਇਹ ਵੀ ਕਿਉਂਕਿ ਪ੍ਰਸ਼ਾਂਤ ਕਿਸ਼ੋਰ ਹੀ ਜਿਹੜੇ ਸੀਗੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੇ ਵਿੱਚ ਲਿਆਉਣ ਵਾਲੇ, ਕਿਤੇ ਉਹਦੇ ਕਰਕੇ ਵੀ ਜਿਹੜਾ ਹੈਗਾ ਵੀ ਕਿਤੇ ਨਾ ਕਿਤੇ ਹੋ ਸਕਦਾ।
ਪੋਸੀਬਿਲਿਟੀ ਵਿਅਕਤ ਕੀਤੀ ਜਾ ਸਕਦੀ, ਸੰਭਾਵਨਾ ਹੋ ਸਕਦੀ ਹੈ ਕਿ ਉਹ ਨਵਜੋਤ ਸਿੱਧੂ ਤੋਂ ਉਹ ਉਹਨਾਂ ਦੇ ਆਪਣੇ ਨਿੱਜੀ ਸੰਬੰਧ ਹੋਣ। ਬਾਕੀ ਸਿੱਧੂ ਸਾਹਿਬ ਰਾਜਨੀਤੀ ਦੇ ਵਿੱਚ ਕੁਝ ਵੀ ਦੋਸਤੀਆਂ, ਵਫਾਦਾਰੀਆਂ, ਦੁਸ਼ਮਣੀਆਂ ਸਦੀਵੀ ਨਹੀਂ ਹੁੰਦੀਆਂ। ਅੱਜ ਜੇਕਰ ਨਵਜੋਤ ਸਿੱਧੂ ਨਾਲ ਚਾਹ ਬੰਦੇ ਪੀ ਰਹੇ ਨੇ ਸਵੇਰੇ, ਹੋ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਕੈਂਪ 'ਚ ਹੋਣ। ਇਹ ਕੋਈ ਇੱਕ ਜ਼ਿਆਦਾ ਵਿਸ਼ਾ ਨਹੀਂ ਹੈਗਾ ਕਿ ਆਪਾਂ ਕਹਿ ਸਕਦੇ ਕਿ ਨਵਜੋਤ ਸਿੱਧੂ ਦੇ ਨਿੱਜੀ ਆਧਾਰ ਤੇ ਹੀ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਸ਼ਾਂਤ ਕਿਸ਼ੋਰ ਸਾਥ ਛੱਡ ਗਈ। ਤੇ ਜੇ ਵਾਕਿਆ ਹੀ ਅਸਲ 'ਚ ਇੱਦਾਂ, ਤਾਂ ਫਿਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਣਾ ਵਾਸਤੇ ਆਉਂਦੇ ਦਿਨ ਫਿਰ ਹੋਰ ਬੇਹੱਦ ਗੰਭੀਰ ਹੋ ਸਕਦੇ ਆ। ਬਹੁਤ ਸਥਿਤੀ ਜਿਹੜੀ ਉਹ ਮਾੜੀ ਹੋ ਸਕਦੀ ਹੈ। ਦੂਸਰੀ ਗੱਲ, ਆਪਾਂ ਸਿੱਧੂ ਸਾਹਿਬ ਇੱਕ ਗੱਲ ਪ੍ਰਗਟ ਸਿੰਘ ਦੀ ਆਪਾਂ ਜਿਹੜੀ ਗੱਲ ਭੂਮਿਕਾ ਦੇ ਵਿੱਚ ਕੀਤੀ, ਪ੍ਰਗਟ ਸਿੰਘ ਦੇ ਸੰਬੰਧੀ ਜਿਹੜੀਆਂ 2-4 ਗੱਲਾਂ ਨੇ ਉਹ ਆਪਾਂ ਜ਼ਰੂਰ ਕਰਨੀਆਂ ਬਣਦੀਆਂ। ਜਿਸ ਤਰੀਕੇ ਨਾਲ ਅਕਸਰ ਅਸੀਂ ਇਹ ਗੱਲ ਕਰਦੇ ਨੇ ਕਿ ਇਹ ਸਾਰੀ ਜੋ ਕੁਝ ਵਾਪਰਦਾ ਪਿਆ, ਔਰ ਨਵਜੋਤ ਸਿੱਧੂ ਦੇ ਕਾਫਲੇ ਦੇ ਵਿੱਚ ਕਿੰਨਾ ਲੋਕਾਂ ਨੇ ਸ਼ਾਮਲ ਹੋਏ, ਕਿਹੜੇ ਲੋਕ ਸ਼ਾਮਲ ਹੋਏ ਤੇ ਕਿੰਨਾ ਲੋਕਾਂ ਨੇ ਆਪਣੀ ਜਿਹੜੀ ਇੱਕ ਸਰਗਰਮ ਭੂਮਿਕਾ ਨਿਭਾਈ। ਤਾਂ ਅੱਜ ਦੇ ਇੰਟਰਵਿਊ ਦੇ ਵਿੱਚ ਇਸ ਤਰ੍ਹਾਂ ਜਿਹੜਾ ਵੇਖਣ ਨੂੰ ਮਿਲਿਆ ਜਾਂ ਸਮੈਲ ਆਪਾਂ ਇਸ ਤਰ੍ਹਾਂ ਦੀ ਆਈ ਕਿ ਉਹਦੇ ਵਿੱਚ ਪ੍ਰਗਟ ਸਿੰਘ ਉਹਨਾਂ ਦੀ ਇੱਕ ਅਹਿਮ ਭੂਮਿਕਾ ਹੈ। ਉਹਨਾਂ ਨੇ ਹੀ ਇੱਕ ਸਾਰਥੀ ਦਾ ਕੰਮ ਕੀਤਾ, ਜਿਹੜਾ ਉਹਨਾਂ ਨੇ ਸਾਰੇ ਬੰਦਿਆਂ ਨੂੰ ਇਕੱਤਰ ਕੀਤਾ। ਜਿਹੜਾ ਮੀਟਿੰਗਾਂ ਦਾ ਦੌਰ ਚੱਲ ਰਿਹਾ, ਜਿਹੜਾ ਮੀਟਿੰਗਾਂ ਦਾ ਦੌਰ ਹੈ, ਇਹਦੇ ਵਿੱਚ ਪ੍ਰਗਟ ਸਿੰਘ ਉਹਨਾਂ ਦੀ ਇੱਕ ਅਹਿਮ ਭੂਮਿਕਾ ਰਹੀ ਹੈ। ਔਰ ਦੂਜੇ ਪਾਸੇ ਪ੍ਰਗਟ ਸਿੰਘ ਉਹਨਾਂ ਨੇ ਕਿਤੇ ਵੀ ਉਹਨਾਂ ਦੀ ਗੱਲਬਾਤ ਤੋਂ ਕਿਤੇ ਇਹੋ ਜਿਹੀ ਹੰਕਾਰੀ ਹੋਈ ਗੱਲ ਦਾ ਤੱਥ ਜਾਂ ਆਪਾਂ ਬੋਲ ਨਹੀਂ ਆਈ ਕਿ ਅਸੀਂ ਕਹਿ ਸਕਦੇ ਕਿ ਉਹ ਕਿਸੇ ਲੀਡਰਸ਼ਿਪ ਨੂੰ ਬਦਲਣ ਦੇ, ਉਹ ਕੇਵਲ ਔਰ ਕੇਵਲ ਇਹੋ ਹੀ ਗੱਲ ਕਹਿੰਦੇ ਨੇ ਕਿ ਭਲਿਆ ਮਾਨਸਾ ਤੂੰ ਆਪਣੀ ਕਾਰਜਸ਼ੈਲੀ ਨੂੰ ਬਦਲ ਤੇ ਇਹਨਾਂ ਲੋਕ ਜਿਹੜੇ ਤੇਰੇ ਨਾਲ ਨਾਰਾਜ਼ ਨੇ ਇਹਨਾਂ ਦੀ ਆਸਾਂ ਤੇ ਪੂਰਾ ਉਤਰ। ਪ੍ਰਗਟ ਸਿੰਘ ਉਹਨਾਂ ਦੀ ਜਿਹੜੀ ਭੂਮਿਕਾ ਹੈ, ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਕਿ ਉਹ ਐਜ਼ ਅ ਖਿਡਾਰੀ ਹੀ ਉਹਨਾਂ ਨੇ ਗੱਲ ਕੀਤੀ ਹੈ। ਕਹਿੰਦਾ ਕਿ ਦੇਖੋ, ਅਸੀਂ 2.5 ਸਾਲ ਚੁੱਪ ਰਹੇ ਹਾਂ, ਜੋ ਕੁਝ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਰਹੇ ਜਾ ਕੇ ਸਾਡੀ ਗੱਲ ਕਦੀ ਸੁਣੀ ਨਹੀਂ ਗਈ। ਉਹਨਾਂ ਦਾ ਇੱਕ ਵਿਅੰਗ ਸੀ, ਕਹਿੰਦਾ ਮੈਂ ਪੰਜਾਬੀ 'ਚ ਚਿੱਠੀ ਲਿਖਦਾ ਤਾਂ ਪੰਜਾਬੀ ਕੈਪਟਨ ਸਾਹਿਬ ਸ਼ਾਇਦ ਪੜ੍ਹਦੇ ਨਹੀਂ ਆ, ਇੰਗਲਿਸ਼ ਪੜ੍ਹਦੇ ਆ, ਤੇ ਅੰਗਰੇਜ਼ੀ ਕਹਿੰਦਾ ਅਸੀਂ ਚਿੱਠੀ ਮੈਡਮ ਸੋਨੀਆ ਗਾਂਧੀ ਨੂੰ ਲਿਖੀ, ਰਾਹੁਲ ਗਾਂਧੀ ਨੂੰ ਲਿਖੀ। ਕਹਿੰਦੇ ਜੋ ਕੁਝ ਅੱਜ ਹੋ ਰਿਹਾ, ਜੋ ਕੁਝ ਇਹ ਮੀਟਿੰਗਾਂ ਦਾ ਦੌਰ ਚੱਲਦਾ ਪਿਆ, ਮੀਟਿੰਗਾਂ ਕਹਿੰਦੇ ਪਹਿਲਾਂ ਵੀ ਹੁੰਦੀਆਂ ਸੀ, ਮੀਟਿੰਗਾਂ ਗਾਹ ਵੀ ਹੋਣੀਆਂ ਨੇ, ਮੀਟਿੰਗ ਅੱਜ ਵੀ ਹੋਣਗੀਆਂ। ਕਹਿੰਦਾ ਇਹ ਸਭ ਕੁਝ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਉਸ ਨਲਾਇਕੀ ਨੂੰ ਹੈ ਕਿ ਜਿਹੜੇ ਉਹ ਆਪਣੇ ਬੰਦੇ ਨੂੰ, ਆਪਣੀ ਟੀਮ ਨੂੰ ਲੈ ਕੇ ਇਕੱਠੇ ਰੂਪ ਦੇ ਵਿੱਚ ਨਹੀਂ ਚੱਲ ਸਕੇ। ਔਰ ਸਿੱਧੂ ਸਾਹਿਬ ਇੱਕ ਗੱਲ ਹੋਰ, ਤੁਸੀਂ ਪਿੱਛੇ ਗੱਲ ਕੀਤੀ, ਇਸ ਲਈ 80 ਵਿਧਾਇਕ ਨੇ, 80 ਦੇ ਵਿੱਚੋਂ 40 ਦੇ ਕਰੀਬ ਜਿਹੜੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਪੂਰਨ ਤੌਰ ਤੇ ਲੁਕਵੇਂ ਰੂਪ 'ਚ ਕਹਿ ਲਓ ਜਾਂ ਸਪਸ਼ਟ ਰੂਪ 'ਚ ਕਹਿ ਲਓ, ਉਹ ਪੂਰਨ ਤੌਰ ਤੇ ਬਗਾਵਤ ਦਾ ਝੰਡਾ ਲੈ ਕੇ ਉਹ ਖੜੇ ਨੇ। ਔਰ ਉਹਦੇ ਪਿੱਛੇ ਕੌਣ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ, ਕਿਉਂਕਿ ਹਾਈਕਮਾਨ ਸਮੁੱਚੇ ਇਸ ਘਟਨਾਕ੍ਰਮ ਤੇ ਬੜੀ ਤਿੱਖੀ ਨਜ਼ਰ ਜਿਹੜੀ ਉਹ ਰੱਖਦੀ ਪਈ ਹੈ। ਔਰ ਉਹਨਾਂ ਨੂੰ ਪਲ ਦੀ ਖਬਰ ਮਿਲ ਰਹੀ ਹੈ ਕਿ ਅਗਲੇ ਪਲ ਕੀ ਹੋ ਰਿਹਾ ਜਾਂ ਅਗਲੇ ਪਲ ਕੀ ਹੋ ਸਕਦਾ। ਔਰ ਉਹਨਾਂ ਸੰਦਰਭਾਂ ਦਾ ਜਾਂ ਉਹਨਾਂ ਸਥਿਤੀਆਂ ਦਾ ਹੀ ਸਿੱਟਾ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਹੁਣ ਜਿਹੜੇ ਤਰਲੇ ਮਿੰਨਤਾਂ ਕਰਨੀਆਂ ਪੈ ਰਹੀਆਂ। ਜੀ ਸਰ, ਉਹਨਾਂ ਨੇ ਇਹ ਵੀ ਗੱਲ ਸਾਫ਼ ਕੀਤੀ ਹੈ, ਸਾਫ਼ ਤੌਰ ਤੇ, ਜਿਸ ਤਰੀਕੇ ਉਹਨਾਂ ਨੇ ਕਿਹਾ ਵੀ 2022 ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋ ਸਕਦੇ ਆ ਚਿਹਰਾ, ਯਾਨੀ ਉਹਨਾਂ ਦੀ ਇੱਛਾ ਹੈ ਨਵਜੋਤ ਸਿੰਘ ਸਿੱਧੂ 2022 ਦੇ ਵਿੱਚ ਮੁੱਖ ਮੰਤਰੀ ਕਾਂਗਰਸ ਦੇ ਬਣਨ। ਯਾਨੀ ਇਹ ਤੋਂ ਸਾਫ਼ ਹੈ, ਰਣਨੀਤੀ ਇਹ ਹੈ ਕਿ ਹੁਣ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬਣਾਇਆ ਜਾਊਗਾ। ਕੈਪਟਨ ਅਮਰਿੰਦਰ ਸਿੰਘ ਹੁਣ ਚਿਹਰਾ ਜਿਹੜਾ ਹੈਗਾ ਉਹ ਉਹਨਾਂ ਦਾ ਚਿਹਰਾ 2022 ਦੇ ਲਈ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਮਨਜ਼ੂਰ ਨਹੀਂ ਹੋਊਗਾ। ਇਹ ਤਾਂ ਸਾਫ਼ ਹੋ ਗਿਆ ਉਹਨਾਂ ਦੀਆਂ ਗੱਲਾਂ ਤੋਂ, ਜਿਸ ਤਰੀਕੇ ਦੇ ਨਾਲ ਗੱਲਾਂ ਬਾਤਾਂ ਹੋਈਆਂ ਉਦੋਂ ਹੀ ਦੱਸੀਆਂ ਕਿ ਮੀਟਿੰਗ ਦੇ ਵਿੱਚ ਵੀ ਫਿਰ ਇਹਦੇ ਤੇ ਹੋਊਗੀ ਨਾ ਗੱਲਬਾਤ, ਸਾਰੀਆਂ ਮੀਟਿੰਗਾਂ ਦੇ ਵਿੱਚ ਹੁੰਦੀ ਹੋਊਗੀ ਕਿ ਭਾਈ ਹੁਣ 2022 ਦੇ ਲਈ ਕੈਪਟਨ ਅਮਰਿੰਦਰ ਸਿੰਘ ਮਨਜ਼ੂਰ ਨਹੀਂ। ਬਿਲਕੁਲ, ਇਹ ਤਾਂ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਜਾਂ ਮੀਟਿੰਗਾਂ ਹੋ ਰਹੀਆਂ ਨੇ, ਉਹਨਾਂ ਦੇ ਵਿੱਚ ਕੇਵਲ ਚਾਹ ਪਾਣੀ ਤੇ ਪੀਣ ਕੋਈ ਜਾਂਦਾ ਨਹੀਂ ਕਿ ਚਲੋ 10 ਬੰਦੇ ਬਹਿ ਗਏ ਤੇ ਚਾਹ ਪਾਣੀ ਪੀ ਕੇ ਹੀ ਆ ਗਏ। ਉਹਦੇ ਵਿੱਚ ਇਹੋ ਹੀ ਭਵਿੱਖ ਦੀ ਜਿਹੜੀ ਰਣਨੀਤੀ ਆ ਉਹਦੇ ਸੰਦਰਭ ਦੇ ਵਿੱਚ ਹੀ ਗੱਲ ਹੁੰਦੀ ਆ। ਔਰ ਇਹਦੇ ਵਿੱਚ ਜ਼ਰੂਰ ਇਹ ਗੱਲ ਹੋਏਗੀ ਔਰ ਹੋਈ ਵੀ ਹੈ ਕਿ ਜਿਸ ਦੀ ਬਦੌਲਤ ਔਰ ਰੋਜ਼ ਦਿਨ ਬ ਦਿਨ ਨਵਜੋਤ ਸਿੱਧੂ ਹਮਲਾਵਰ ਰੁਖ ਜਿਹੜਾ ਅਪਣਾਉਂਦੇ ਹੋਏ ਕੈਪਟਨ ਅਮਰਿੰਦਰ ਤੇ ਭਾਰੀ ਪੈਂਦੇ ਜਾ ਰਹੇ ਆ ਔਰ ਉਹਦਾ ਕਾਫਲਾ ਜਿਹੜਾ ਵੱਡਾ ਹੁੰਦਾ ਜਾ ਰਿਹਾ। ਹੁਣ ਜਿਸ ਤਰ੍ਹਾਂ ਇੱਕ ਦਲਿਤ ਵਰਗ ਜਿਹੜੇ MLA ਨੇ, ਵਿਧਾਇਕ ਨੇ, ਉਹ ਇਕੱਠੇ, ਉਹ ਦੂਜੇ ਗਰੁੱਪ ਨੂੰ ਇਕੱਠੇ ਹੋ ਗਏ ਨੇ। ਇਹ ਵੀ ਇੱਕ ਖਬਰ ਸੀ ਕਿ ਚਰਨਜੀਤ ਚੰਨੀ ਨੂੰ ਡਿਪਟੀ ਮੁੱਖ ਮੰਤਰੀ ਬਣਾਇਆ ਜਾ ਸਕਦਾ। ਪਰ ਦੇਖੋ, ਇਹ ਵੀ ਇਹ ਗੱਲ ਮੈਂ ਹੋਰ ਕਲੀਅਰ ਕਰਦਾ, ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸਮਾਂ ਚੱਲਦਾ ਪਿਆ, ਅੱਜ ਦੇ ਸਮੇਂ ਦੇ ਵਿੱਚ ਜਿਸ ਵੀ ਵਿਅਕਤੀ ਦੇ, ਕਾਂਗਰਸ ਦੇ ਵਿਧਾਇਕ ਨੇ, MLA ਨੇ ਜਾਂ ਮੰਤਰੀ ਨੇ ਮੌਜੂਦਾ ਸਮੇਂ ਦੇ ਵਿੱਚ ਕੋਈ ਵੀ ਅਹੁਦਾ, ਕੋਈ ਵੀ ਇਹੋ ਜਿਹੀ ਚੀਜ਼ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਦਾ ਰਾਜਨੀਤਿਕ ਜੀਵਨ ਖਤਮ ਹੋ ਜਾਵੇਗਾ। ਇਹ ਗੱਲ ਨੂੰ ਯਾਦ ਰੱਖਣਾ ਕਿ ਜੇਕਰ ਕੋਈ ਅੱਜ ਦੇ ਸਮੇਂ ਦੇ ਵਿੱਚ ਡਿਪਟੀ ਮੁੱਖ ਮੰਤਰੀ ਬਣਦਾ ਜਾਂ ਕੋਈ ਹੋਰ ਬਣਦਾ ਜਾਂ ਅਹੁਦਿਆਂ ਦੀ ਤਬਦੀਲੀ ਹੁੰਦੀ, ਜਿਸ ਤਰੀਕੇ ਨਾਲ ਇੱਕ
ਕਨਸੂਆਂ ਮਿਲ ਰਹੀਆਂ ਕਿ ਜਿਹੜੀ ਕੈਬਨਿਟ ਦੇ ਵਿੱਚ ਫੇਰ ਬਦਲ ਹੋ ਸਕਦਾ, ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋ ਸਕਦਾ। ਜੇਕਰ ਫੇਰ ਬਦਲ ਹੁੰਦਾ ਤਾਂ ਨਵਾਂ ਕੁਝ ਸ਼ਾਮਲ ਹੁੰਦਾ ਤਾਂ ਫਿਰ ਇਹ ਸਮਝ ਲਓ ਕਿ ਉਸ ਦੇ ਰਾਜਨੀਤਿਕ ਜੀਵਨ ਉਦੋਂ ਤੋਂ ਹੀ ਖਤਮ ਹੋ ਜਾਏਗਾ, ਵਿਰਾਮ ਚਿੰਨ੍ਹ ਲੱਗ ਜਾਏਗਾ। ਕਿਉਂ? ਲੋਕਾਂ ਨੇ ਕਹਿਣਾ ਕਿ ਇਹ ਮੁੱਦੇ ਫਿਰ ਸਿਰਫ ਇਸ ਕਰਕੇ ਉਠਾ ਰਹੇ ਸੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਜਿਹਦੇ ਨਾਲ ਸਮੁੱਚਾ ਪੰਜਾਬ ਭਾਰਤਾਂ ਦੇ ਪੱਧਰ ਤੇ ਜੁੜਿਆ, ਕੁਝ ਵੀ ਕਰ ਕਰਾ ਸਕਦੇ ਨੇ, ਤੇ ਜੇਕਰ ਉਸ ਚੀਜ਼ ਨੂੰ ਕੈਸ਼ ਕਰਨਗੇ ਤਾਂ ਫਿਰ ਉਸ ਵਿਅਕਤੀ ਦਾ, ਉਸ ਪਾਰਟੀ ਦਾ ਭਵਿੱਖ ਜਿਹੜਾ ਨਾ ਫਿਰ ਉਜਵਲ ਨਹੀਂ ਹੋਗਾ, ਉਹ ਪੂਰਨ ਤੌਰ ਤੇ ਖਤਮ ਹੋ ਜਾਵੇਗਾ। ਬਿਲਕੁਲ। ਤਾਂ ਪ੍ਰੋਫੈਸਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਤੇ ਇਹਨਾਂ ਅਹਿਮ ਖਬਰਾਂ ਤੇ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜਿਨ੍ਹਾਂ ਦੇ ਵੱਲੋਂ ਇਸ ਪੂਰੇ ਮਾਮਲੇ ਤੇ ਗੱਲਬਾਤ ਕੀਤੀ ਗਈ, ਪੂਰੇ ਵਿਸਤਾਰਪੂਰਵਕ ਤਰੀਕੇ ਨਾਲ ਸਾਨੂੰ ਜਾਣਕਾਰੀ ਦਿੱਤੀ ਗਈ, ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਮੀਦ ਕਰਦੇ ਹਾਂ ਕਿ ਪ੍ਰੋਫੈਸਰ ਸਾਹਿਬ ਹੋਣਾ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।